Hello students, this is Dr. Amit Juneja, lecturer economics, Shahid Balwinder Singh, Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਜੋ ਲੈਕਚਰ ਡਿਸਕਸ ਕਰਨ ਜਾ ਰਹੇ ਹਾਂ ਉਹ ਆਪਣੇ ਪਿਛਲੇ ਲੈਕਚਰ ਦਾ ਹੀ ਪਾਰਟ B ਹੈ। ਯਾਨੀ ਜਿੱਥੇ ਆਪਾਂ ਆਪਣਾ ਪਿਛਲਾ ਲੈਕਚਰ ਖਤਮ ਕੀਤਾ ਸੀ ਅੱਜ ਦਾ ਆਪਾਂ ਆਪਣਾ ਲੈਕਚਰ ਉੱਥੋਂ ਹੀ ਜਿਹੜਾ ਹੈ ਉਹ ਸ਼ੁਰੂ ਕਰਾਂਗੇ। ਤਾਂ ਜਿਵੇਂ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਦੇਖਿਆ ਕਿ ਪੂਰਤੀ ਵਿੱਚ ਬਦਲਾਵ ਜਿਹੜਾ ਹੈ ਉਹ ਦੋ ਕਾਰਨਾਂ ਕਰਕੇ ਹੋ ਸਕਦਾ ਹੈ। ਇੱਕ ਪੂਰਤੀ ਜਿਹੜੀ ਹੈ ਬਦਲ ਸਕਦੀ ਹੈ ਕੀਮਤ ਕਰਕੇ, ਤਾਂ ਕੀਮਤ ਕਰਕੇ ਪੂਰਤੀ ਅੱਗੇ ਵੀ ਜਾ ਸਕਦੀ ਹੈ ਪਿੱਛੇ ਵੀ ਜਾ ਸਕਦੀ ਹੈ। ਜੇ ਅੱਗੇ ਜਾ ਸਕਦੀ ਹੈ ਤਾਂ ਪੂਰਤੀ ਵਿੱਚ ਵਿਸਥਾਰ ਹੈ, ਪਿੱਛੇ ਜਾਏਗੀ ਤਾਂ ਪੂਰਤੀ ਵਿੱਚ ਸੰਕੁਚਨ ਹੈ। ਪੂਰਤੀ 'ਚ ਵਿਸਥਾਰ ਕਦੋਂ ਹੋਏਗਾ? ਜਦੋਂ ਕੀਮਤ ਵਧੇਗੀ ਤਾਂ ਪੂਰਤੀ 'ਚ ਵਿਸਥਾਰ ਹੋ ਜਾਏਗਾ, ਜਦੋਂ ਕੀਮਤ ਘਟੇਗੀ ਤਾਂ ਪੂਰਤੀ ਵਿੱਚ ਸੰਕੁਚਨ ਹੋ ਜਾਏਗਾ। ਜਦੋਂ ਪੂਰਤੀ ਵਿੱਚ ਵਿਸਥਾਰ ਹੁੰਦਾ ਹੈ ਜਾਂ ਸੰਕੁਚਨ ਹੁੰਦਾ ਹੈ ਆਪਾਂ ਇੱਕੋ ਪੂਰਤੀ ਵਕਰ ਤੇ ਰਹਿੰਦੇ ਆ, ਆਪਾਂ ਨੂੰ ਕਿਸੇ ਹੋਰ ਪੂਰਤੀ ਵਕਰ ਦੀ ਲੋੜ ਜਿਹੜੀ ਹੈ ਉਹ ਨਹੀਂ ਪੈਂਦੀ। ਪਰ ਜਦੋਂ ਆਪਾਂ ਪੂਰਤੀ 'ਚ ਵਾਧਾ ਜਾਂ ਪੂਰਤੀ 'ਚ ਕਮੀ ਦੀ ਗੱਲ ਕਰਦੇ ਆ, ਇਹਦੇ 'ਚ ਕੀ ਹੁੰਦਾ ਹੈ ਵੀ ਜੋ ਪੂਰਤੀ ਵੱਧਦੀ ਹੈ, ਦੇਖੋ 3 ਤੋਂ 5 ਹੋ ਰਹੀ ਹੈ, 5 ਤੋਂ 3 ਹੋ ਰਹੀ ਹੈ, ਇਹਦੇ 'ਚ ਵੱਧ ਰਹੀ ਹੈ ਇਹਦੇ 'ਚ ਘਟ ਰਹੀ ਹੈ। ਜੋ ਪੂਰਤੀ ਵੱਧ ਰਹੀ ਹੈ ਜਾਂ ਘਟ ਰਹੀ ਹੈ ਉਹ ਕਿਸ ਕਰਕੇ ਹੋ ਰਿਹਾ ਹੈ? ਉਹ ਕੀਮਤ ਕਰਕੇ ਨਹੀਂ ਹੋ ਰਿਹਾ। ਤਾਂ ਆਪਾਂ ਕੀਮਤ ਨੂੰ ਦੋਨਾਂ ਦੇ ਵਿੱਚ ਕੀ ਕੀਤਾ? ਸਥਿਰ ਲੈ ਲਿਆ, ਆਪਾਂ ਇਹਦੇ 'ਚ ਕੋਈ ਬਦਲਾਵ ਨਹੀਂ ਕੀਤਾ। ਮਤਲਬ ਆਪਾਂ ਹੁਣ ਜੋ ਪੂਰਤੀ ਨੂੰ ਵਧਾ ਰਹੇ ਹਾਂ, ਮਤਲਬ 3 ਤੋਂ 5 ਕਰ ਰਹੇ ਹਾਂ ਜਾਂ 5 ਤੋਂ 3 ਕਰ ਰਹੇ ਹਾਂ, ਆਪਾਂ ਇਹ ਕਿੰਨੇ ਕਰਕੇ ਕਰ ਰਹੇ ਹਾਂ? ਆਪਾਂ ਇਹਨਾਂ ਨੂੰ ਬਾਕੀ ਤੱਤਾਂ ਦੇ ਵਿੱਚ ਕਰਕੇ ਜਿਹੜਾ ਹੈ ਉਹ ਕਰ ਰਹੇ ਹਾਂ। ਮਤਲਬ ਹੁਣ ਕੀਮਤ ਤੋਂ ਇਲਾਵਾ ਜਿਹੜੇ ਬਾਕੀ ਤੱਤ ਨੇ ਜੋ ਪੂਰਤੀ ਨੂੰ ਪ੍ਰਭਾਵਿਤ ਜਾਂ ਨਿਰਧਾਰਿਤ ਕਰਦੇ ਨੇ, ਜੋ ਪੂਰਤੀ ਬਦਲ ਰਹੀ ਹੈ ਉਹ ਬਾਕੀ ਤੱਤਾਂ ਕਰਕੇ ਬਦਲ ਰਹੀ ਹੈ। ਮਤਲਬ ਉਹਨਾਂ ਕਰਕੇ ਪੂਰਤੀ ਵੱਧ ਵੀ ਸਕਦੀ ਹੈ ਤੇ ਉਹਨਾਂ ਕਰਕੇ ਪੂਰਤੀ ਘਟ ਵੀ ਸਕਦੀ ਹੈ। ਜਦੋਂ ਪੂਰਤੀ ਵਿੱਚ ਵਾਧਾ ਹੁੰਦਾ ਹੈ ਕਮੀ ਹੁੰਦੀ ਹੈ, ਆਪਾਂ ਇੱਕ ਪੂਰਤੀ ਵਕਰ ਤੇ ਨਹੀਂ ਰਹਿੰਦੇ। ਦੇਖੋ SS ਆਪਣੀ ਇਨੀਸ਼ੀਅਲ ਪੂਰਤੀ ਵਕਰ ਇੱਧਰ ਵੀ ਹੈ ਤੇ ਇੱਧਰ ਵੀ ਹੈ। ਜਦੋਂ ਵਾਧਾ ਹੋਇਆ ਆਪਾਂ SS ਨੂੰ ਛੱਡ ਕੇ ਆਪਾਂ ਸੱਜੇ ਪਾਸੇ ਗਏ S1 ਜਦੋਂ ਪੂਰਤੀ 'ਚ ਕਮੀ ਹੋਈ ਫਿਰ ਆਪਾਂ ਕੀ ਕੀਤਾ? ਆਪਣੀ SS ਨੂੰ ਛੱਡ ਕੇ ਖੱਬੇ ਪਾਸੇ ਆ ਗਏ S1। ਤਾਂ ਹੁਣ ਇਹਦੇ 'ਚ ਨਾ ਮੇਨਲੀ ਦੋ ਕੁਐਸਚਨ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਪਹਿਲਾ ਕੁਐਸਚਨ ਤਾਂ ਇਹ ਪੈਦਾ ਹੁੰਦਾ ਹੈ ਵੀ ਜਦੋਂ ਪੂਰਤੀ ਦੇ ਵਿੱਚ ਵਾਧਾ ਜਾਂ ਪੂਰਤੀ ਦੇ ਵਿੱਚ ਕਮੀ ਹੁੰਦੀ ਹੈ ਤਾਂ ਆਪਾਂ ਨਵੀਂ ਪੂਰਤੀ ਵਕਰ ਤੇ ਕਿਉਂ ਜਾਂਦੇ ਆ? ਵੀ ਆਪਾਂ ਇੱਧਰ ਸੱਜੇ ਪਾਸੇ ਜਾਂ ਖੱਬੇ ਪਾਸੇ ਨਵੀਂ ਪੂਰਤੀ ਵਕਰ ਤੇ ਕਿਉਂ ਜਾਂਦੇ ਆ? ਦੂਸਰਾ ਕੁਐਸਚਨ ਜਿਹੜਾ ਪੈਦਾ ਹੁੰਦਾ ਹੈ ਉਹ ਇਹ ਹੈ ਵੀ ਜੋ ਨਵੀਂ ਪੂਰਤੀ ਵਕਰ ਬਣਦੀ ਹੈ, ਚਾਹੇ ਉਹ ਇੱਧਰ ਸੱਜੇ ਪਾਸੇ ਬਣੀ ਹੈ ਚਾਹੇ ਖੱਬੇ ਪਾਸੇ ਬਣੀ ਹੈ, ਤਾਂ ਮੈਂ ਤੁਹਾਨੂੰ ਸਮਝਾਇਆ ਸੀ ਵੀ ਇਹਨਾਂ ਦੋਨਾਂ ਦਾ ਗੈਪ ਜਿਹੜਾ ਨਾ ਉਹ ਸੇਮ ਰੱਖਿਆ ਜੇ ਫਾਸਲਾ ਉੱਪਰ ਨੀਚੇ ਹੋਇਆ, ਜੇ ਇਹ ਵਕਰ ਇੱਕ ਦੂਜੇ ਦੇ ਸਮਾਨਾਂਤਰ ਨਾ ਹੋਈਆਂ ਤਾਂ ਆਪਣੀ ਡਾਇਗਰਾਮ ਗਲਤ ਹੈ। ਤਾਂ ਆਪਾਂ ਇਹਨਾਂ ਦੋ ਕੁਐਸਚਨ ਦੇ ਆਨਸਰ ਜਿਹੜੇ ਨੇ ਉਹ ਅੱਜ ਲਵਾਂਗੇ। ਤਾਂ ਕੁਐਸਚਨ ਨੰਬਰ 1 ਵੀ ਆਪਾਂ ਜਦੋਂ ਪੂਰਤੀ 'ਚ ਵਾਧਾ ਜਾਂ ਪੂਰਤੀ 'ਚ ਕਮੀ ਕਰਦੇ ਆ ਆਪਾਂ ਨਵੀਂ ਪੂਰਤੀ ਵਕਰ ਤੇ ਕਿਉਂ ਜਾਂਦੇ ਆ? ਤਾਂ ਇਹਦਾ ਆਨਸਰ ਜਿਹੜਾ ਆਪਾਂ ਨੂੰ ਮਿਲੇਗਾ ਨਾ ਉਹ ਮਿਲੇਗਾ ਆਪਾਂ ਨੂੰ ਪੂਰਤੀ ਵਕਰ ਦੇ ਵਿੱਚ। ਯਾਦ ਕਰੋ ਜਦੋਂ ਆਪਾਂ ਪੂਰਤੀ ਵਕਰ ਬਣਾਈ ਸੀ, ਯਾਦ ਕਰ ਲਓ ਦੋ ਤਰ੍ਹਾਂ ਦੀਆਂ ਪੂਰਤੀ ਵਕਰ ਬਣਾਈਆਂ ਸੀ। ਇੱਕ ਆਪਾਂ ਬਣਾਈ ਸੀ ਵਿਅਕਤੀਗਤ ਪੂਰਤੀ ਵਕਰ, ਇੱਕ ਆਪਾਂ ਬਣਾਈ ਸੀ ਬਾਜ਼ਾਰ ਪੂਰਤੀ ਵਕਰ। ਜਿਹੜੀ ਆਪਾਂ ਪੂਰਤੀ ਵਕਰ ਬਣਾਈ ਸੀ ਚਾਹੇ ਉਹ ਵਿਅਕਤੀਗਤ ਪੂਰਤੀ ਵਕਰ ਸੀ ਜਾਂ ਬਾਜ਼ਾਰ ਪੂਰਤੀ ਵਕਰ ਸੀ, ਆਪਾਂ ਕਿੱਥੋਂ ਬਣਾਈਆਂ ਸੀ? ਉਸ ਤੋਂ ਪਹਿਲਾਂ ਆਪਾਂ ਇੱਕ ਕੰਮ ਕੀਤਾ ਸੀ, ਆਪਾਂ ਕਹਿੰਦੇ ਕਿ ਲੋ ਜੀ ਇੱਕ ਬਾਜ਼ਾਰ ਤਾਲਿਕਾ ਹੁੰਦੀ ਹੈ ਇੱਕ ਵਿਅਕਤੀਗਤ ਤਾਲਿਕਾ ਹੁੰਦੀ ਹੈ। ਵਿਅਕਤੀਗਤ ਪੂਰਤੀ ਤਾਲਿਕਾ ਤੇ ਬਾਜ਼ਾਰ ਪੂਰਤੀ ਤਾਲਿਕਾ, ਤਾਲਿਕਾ ਮਤਲਬ ਟੇਬਲ, ਠੀਕ ਹੈ, ਜਾਂ ਜਿਹਨੂੰ ਆਪਾਂ ਨਾਮ ਦਿੱਤਾ ਸੀ ਵਿਅਕਤੀਗਤ ਪੂਰਤੀ ਸੂਚੀ ਤੇ ਬਾਜ਼ਾਰ ਪੂਰਤੀ ਸੂਚੀ। ਪਹਿਲਾਂ ਟੇਬਲ ਬਣਾਇਆ, ਟੇਬਲ ਨੂੰ ਕੀ ਕੀਤਾ? ਡਾਇਗਰਾਮ ਦੇ ਥਰੂ ਦਿਖਾਤਾ, ਤਾਂ ਆਪਣੀ ਪੂਰਤੀ ਵਕਰ ਜਿਹੜੀ ਹੈ ਉਹ ਬਣ ਗਈ ਸੀ। ਜਦੋਂ ਆਪਾਂ ਪੂਰਤੀ ਵਕਰ ਬਣਾਈ ਸੀ ਆਪਾਂ ਕੀ ਕਿਹਾ ਸੀ? ਆਪਾਂ ਕਿਹਾ ਸੀ ਪੂਰਤੀ ਵਕਰ ਬਣਦੀ ਹੈ ਪੂਰਤੀ ਤਾਲਿਕਾ ਤੋਂ। ਪੂਰਤੀ ਤਾਲਿਕਾ ਕੀ ਦਿਖਾਉਂਦੀ? ਹੁਣ ਦੇਖੋ ਤਾਲਿਕਾ ਮਤਲਬ ਟੇਬਲ, ਟੇਬਲ ਕਿਸ ਚੀਜ਼ ਦਾ? ਪੂਰਤੀ ਦਾ। ਹੁਣ ਪੂਰਤੀ ਦੀ ਮਾਤਰਾ ਤਾਂ ਬੋਲਦਾ ਨਹੀਂ ਪਿਆ, ਮੈਂ ਤਾਂ ਪੂਰਤੀ ਬੋਲਦਾ ਪਿਆ। ਪੂਰਤੀ 'ਚ ਕੀ ਹੋਏਗਾ? ਬਹੁਤ ਸਾਰੀਆਂ ਕੀਮਤਾਂ ਹੋਣਗੀਆਂ, ਉਹਦੇ ਸਾਹਮਣੇ ਬਹੁਤ ਸਾਰੀਆਂ ਪੂਰਤੀਆਂ ਹੋਣਗੀਆਂ। ਮਤਲਬ ਆਪਾਂ ਇੱਕ ਟੇਬਲ ਬਣਾਵਾਂਗੇ ਜਿਹਦੇ 'ਚ ਆਪਾਂ ਸਭ ਤੋਂ ਪਹਿਲਾਂ ਬਹੁਤ ਸਾਰੀਆਂ ਕੀਮਤਾਂ ਲਾਂਗੇ, ਉਹਦੇ ਸਾਹਮਣੇ ਬਹੁਤ ਸਾਰੀਆਂ ਪੂਰਤੀ ਲਵਾਂਗੇ। ਮਤਲਬ ਜੋ ਪੂਰਤੀ ਤਾਲਿਕਾ ਹੈ ਉਹ ਕੀ ਕਰਦੀ ਹੈ? ਉਹ ਕੀਮਤ ਦਾ ਤੇ ਪੂਰਤੀ ਦਾ ਸੰਬੰਧ ਦਿਖਾਉਂਦੀ ਹੈ। ਕਿਸ ਤਰ੍ਹਾਂ ਦਾ ਸੰਬੰਧ? ਸਿੱਧਾ ਸੰਬੰਧ ਵੀ ਪੂਰਤੀ ਵਧਾਈ ਜੋ ਕੀਮਤ ਵਧਾਈ ਜੋ ਤੇ ਇਧਰੋਂ ਕੀ ਹੋਊਗਾ? ਪੂਰਤੀ ਵਧਦੀ ਜਾਏਗੀ। ਚਾਹੇ ਉਹ व्यक्तिगत पूर्ति तालिका है चाहे वो बाजार पूर्ति तालिका है। तब पूर्ति तालिका की करती है
ਕੀਮਤ ਤੇ ਪੂਰਤੀ ਵਿੱਚ ਸਿੱਧਾ ਸੰਬੰਧ ਦਿਖਾਉਂਦੀ ਹੈ। ਉਹਦੇ ਤੋਂ ਆਪਾਂ ਕੀ ਕੀਤਾ, ਪੂਰਤੀ ਵਕਰ ਬਣਾਤੀ। ਜੇ ਪੂਰਤੀ ਤਾਲਿਕਾ ਕੀਮਤ ਤੇ ਪੂਰਤੀ ਦਾ ਸਿੱਧਾ ਸੰਬੰਧ ਦਿਖਾਉਂਦੀ ਹੈ ਤਾਂ ਪੂਰਤੀ ਵਕਰ ਵੀ ਤਾਂ ਕੀਮਤ ਤੇ ਪੂਰਤੀ ਦਾ ਸਿੱਧਾ ਸੰਬੰਧ ਦਿਖਾਏਗੀ। ਯਾਨੀ ਜਦੋਂ ਆਪਾਂ ਪੂਰਤੀ ਵਕਰ ਦੀ ਗੱਲ ਕਰਦੇ ਹਾਂ, ਪੂਰਤੀ ਵਕਰ ਕੀ ਹੈ, ਪੂਰਤੀ ਵਕਰ ਇੱਕ ਐਜੀ ਵਕਰ ਹੈ ਜੋ ਵੱਖ-ਵੱਖ ਜੇ ਸੰਭਵ ਕੀਮਤਾਂ ਤੇ ਵੱਖ-ਵੱਖ ਪੂਰਤੀ ਦੀਆਂ ਮਾਤਰਾਵਾਂ ਨੂੰ ਦਿਖਾਉਂਦੀ ਹੈ। ਮਤਲਬ ਪੂਰਤੀ ਵਕਰ ਦਾ ਕੰਮ ਕੀ ਹੈ, ਉਹਦਾ ਕੰਮ ਹੈ ਕੀਮਤ ਦਾ ਤੇ ਪੂਰਤੀ ਦਾ ਸੰਬੰਧ ਦਿਖਾਣਾ। ਧਿਆਨ ਨਾਲ ਸੋਚਣਾ, ਲਾਈਨ ਬੜੀ ਇੰਪੋਰਟੈਂਟ ਹੈ ਵੀ ਪੂਰਤੀ ਵਕਰ ਦਾ ਕੰਮ ਕੀ ਹੈ, ਕੀਮਤ ਦਾ ਤੇ ਪੂਰਤੀ ਦਾ ਸੰਬੰਧ ਦਿਖਾਣਾ। ਕੀਮਤ ਦਾ ਤੇ ਹੋਰ ਤੱਤਾਂ ਦਾ ਸੰਬੰਧ ਦਿਖਾਣਾ ਨਹੀਂ ਹੈਗਾ। ਕਿ ਜਿਹੜੀ ਪੂਰਤੀ ਵਕਰ ਹੈ ਉਹ ਕੀ ਕਹਿੰਦੀ ਹੈ, ਪੂਰਤੀ ਵਕਰ ਕਹਿੰਦੀ ਹੈ ਕਿ ਮੈਂ ਕੀ ਕਰ ਸਕਦੀ ਹਾਂ, ਮੈਂ ਕੀਮਤ ਦਾ ਤੇ ਪੂਰਤੀ ਦਾ ਸੰਬੰਧ ਜਿਹੜਾ ਹੈ ਉਹ ਦਿਖਾ ਸਕਦੀ ਹਾਂ। ਤੁਸੀਂ ਕੀਮਤ ਬਦਲੀ ਜੋ, ਮੈਂ ਉਹਦੇ ਮੁਤਾਬਿਕ ਤੁਹਾਨੂੰ ਪੂਰਤੀ ਬਦਲ ਕੇ ਵਿਖਾ ਦਾਂਗੀ, ਕਿਉਂਕਿ ਮੈਨੂੰ ਜੋ ਬਣਾਇਆ ਗਿਆ, ਪੂਰਤੀ ਵਕਰ ਕਹਿ ਰਹੀ ਹੈ ਕਿ ਮੈਨੂੰ ਜੋ ਬਣਾਇਆ ਗਿਆ ਹੈ ਉਹ ਬਣਾਇਆ ਗਿਆ ਪੂਰਤੀ ਤਾਲਿਕਾ ਤੋਂ। ਪੂਰਤੀ ਤਾਲਿਕਾ ਕੀ ਕਰਦੀ ਹੈ, ਕੀਮਤ ਤੇ ਪੂਰਤੀ ਦਾ ਸੰਬੰਧ ਦਿਖਾਉਂਦੀ ਹੈ, ਤਾਂ ਫਿਰ ਮੈਂ ਵੀ ਕੀਮਤ ਤੇ ਪੂਰਤੀ ਦਾ ਸੰਬੰਧ ਦਿਖਾਵਾਂਗੀ। ਮਤਲਬ ਪੂਰਤੀ ਵਕਰ ਕੀਮਤ ਤੇ ਪੂਰਤੀ ਦਾ ਸੰਬੰਧ ਦਿਖਾ ਸਕਦੀ ਹੈ। ਪੂਰਤੀ ਵਕਰ ਜਿਹੜੀ ਹੈ ਉਹ ਹੋਰ ਤੱਤਾਂ ਦਾ ਤੇ ਪੂਰਤੀ ਦਾ ਸੰਬੰਧ ਨਹੀਂ ਦਿਖਾ ਸਕਦੀ। ਮਤਲਬ ਐਸਐਸ ਕਹਿੰਦੀ ਹੈ ਕਿ ਤੁਸੀਂ ਕੀਮਤ ਬਦਲੋ, ਮੈਂ ਤੁਹਾਨੂੰ ਦੱਸ ਦਾਂਗੀ ਉਹਦੇ ਮੁਤਾਬਿਕ ਪੂਰਤੀ ਕਿੰਨੀ ਬਦਲੀ, ਪਰ ਜੇ ਤੁਸੀਂ ਹੋਰ ਤੱਤ ਬਦਲੋਗੇ ਭਈਆ ਉਹ ਆਪਾਂ ਨਹੀਂ ਵਿਖਾ ਸਕਦੇ। ਮਤਲਬ ਮੇਰਾ ਕੰਮ ਜਿਹੜਾ ਹੈ ਉਹ ਕੀਮਤ ਦਾ ਤੇ ਪੂਰਤੀ ਦਾ ਸੰਬੰਧ ਦਿਖਾਣਾ ਹੈ, ਹੋਰ ਤੱਤਾਂ ਦਾ ਤੇ ਪੂਰਤੀ ਦਾ ਸੰਬੰਧ ਦਿਖਾਣਾ ਨਹੀਂ ਹੈਗਾ। ਵੀ ਜੇ ਤੁਸੀਂ ਕੋਲ ਜਿਸ ਤਾਂ ਹੋਰ ਤੱਤ ਬਦਲਾਂਗੇ ਜੀ, ਫਿਰ ਪੂਰਤੀ ਵਕਰ ਕਹਿੰਦੀ ਨਾ, ਫਿਰ ਆਪਣਾ ਕੰਮ ਖਤਮ। ਜਿਵੇਂ ਮੈਂ ਤੁਹਾਨੂੰ ਯਾਦ ਕਰੋ ਜਦੋਂ ਆਪਾਂ ਮੰਗ ਦੇ ਵਿੱਚ ਇਹ ਦੋ ਚੀਜ਼ਾਂ ਕੀਤੀਆਂ ਸੀ, ਮੈਂ ਉਦੋਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਮੰਨ ਲਓ ਮੇਰੇ ਘਰ ਦੇ ਅੰਦਰ ਇੱਕ ਕੱਪੜੇ ਧੋਣ ਵਾਲੀ ਜਿਹੜੀ ਹੈ ਉਹ ਕੰਮ ਕਰਦੀ ਹੈ, ਠੀਕ ਹੈ। ਅੱਜ ਮੰਨ ਲਓ ਕਿ ਦੋ ਕੱਪੜੇ ਸਾਡੇ ਜ਼ਿਆਦਾ ਹੋ ਗਏ, ਠੀਕ, ਤਾਂ ਕੰਮ ਵਾਲੀ ਕੀ ਕਹੇਗੀ, ਮੈਂ ਦੋ ਕੱਪੜੇ ਹੋਰ ਨਹੀਂ ਧੋਂਦੀ, ਉਹਦਾ ਕੰਮ ਹੈ ਕੱਪੜੇ ਧੋਣਾ, ਤਾਂ ਧੋਏਗੀ ਕੱਪੜੇ। ਪਰ ਅਗਰ ਮੈਂ ਉਹਨੂੰ ਇਹ ਕਹਾਂ ਕਿ ਅੱਜ ਨਾ ਕੱਪੜੇ ਧੋਣ ਦੇ ਨਾਲ ਨਾਲ ਜਿਹੜਾ ਹੈ ਸਾਡੇ ਘਰੇ ਸਫਾਈਆਂ ਵੀ ਕਰ ਦੇ, ਤਾਂ ਕੀ ਕਹੇਗੀ, ਉਹ ਕਹੇਗੀ ਮੇਰਾ ਕੰਮ ਜਿਹੜਾ ਕੱਪੜੇ ਧੋਣਾ ਹੈ, ਜੇ ਤੁਸੀਂ ਮੈਨੂੰ ਦੋ ਕੱਪੜੇ ਹੋਰ ਵੀ ਦੇ ਦਿਓਗੇ ਨਾ ਤਾਂ ਮੈਂ ਧੋ ਦਿਆਂਗੀ, ਪਰ ਸਫਾਈਆਂ ਕਰਨਾ ਮੇਰਾ ਕੰਮ ਨਹੀਂ ਹੈਗਾ। ਸਫਾਈ ਕਰਾਣੀ ਹੈ ਤਾਂ ਫਿਰ ਇੱਕ ਕੰਮ ਵਾਲੀ ਹੋਰ ਲਿਓ। ਸੇਮ ਗੱਲ ਪੂਰਤੀ ਵਕਰ ਕਹਿ ਰਹੀ ਹੈ ਕਿ ਮੇਰਾ ਜੋ ਕੰਮ ਹੈ ਉਹ ਕੀ ਹੈ, ਉਹ ਕੀਮਤ ਦਾ ਤੇ ਪੂਰਤੀ ਦਾ ਸੰਬੰਧ ਦਿਖਾਣਾ ਹੈ। ਤੁਸੀਂ ਕੀਮਤ ਜਿੰਨੀ ਮਰਜ਼ੀ ਬਦਲ ਲਓ, ਉਹਦੇ ਮੁਤਾਬਿਕ ਮੈਂ ਤੁਹਾਨੂੰ ਪੂਰਤੀ ਬਦਲ ਕੇ ਵਿਖਾ ਦਾਂਗੀ, ਪਰ ਜੇਕਰ ਤੁਸੀਂ ਹੋਰ ਤੱਤ ਬਦਲਨੇ ਨੇ ਫਿਰ ਭਈਆ ਆਪਣੇ ਵਾਸ ਤੋਂ ਬਾਹਰ ਦੀ ਗੱਲ ਹੈਗੀ ਹੈ। ਫਿਰ ਇੱਕ ਹੋਰ ਪੂਰਤੀ ਵਕਰ ਜਿਹੜੀ ਹੈ ਉਹ ਲਿਓ। ਜਿਵੇਂ ਕੰਮ ਵਾਲੀ ਨੇ ਕਿਹਾ ਸੀ ਵੀ ਤੁਸੀਂ ਦੇਖੋ ਮੇਰੇ ਕੋਲ ਕੱਪੜੇ ਜਿੰਨੇ ਮਰਜ਼ੀ ਧੋ ਲਓ, ਸਫਾਈਆਂ ਆਪਣੇ ਕੋਲ ਨਹੀਂ ਹੁੰਦੀਆਂ, ਸਫਾਈਆਂ ਕਰਾਨੀਆਂ ਨੇ, ਫਿਰ ਇੱਕ ਹੋਰ ਕੰਮ ਵਾਲੀ ਲਿਆਓ। ਤਾਂ ਉਵੇਂ ਪੂਰਤੀ ਵਕਰ ਕਹਿ ਰਹੀ ਹੈ ਵੀ ਦੇਖੋ ਮੈਂ ਕੀਮਤ ਦਾ ਤੇ ਪੂਰਤੀ ਦਾ ਸੰਬੰਧ ਦਿਖਾ ਸਕਦੀ ਹਾਂ, ਬਾਕੀ ਤੱਤਾਂ ਦਾ ਨਹੀਂ ਦਿਖਾ ਸਕਦੀ। ਜੇ ਬਾਕੀ ਤੱਤਾਂ ਦਾ ਸੰਬੰਧ ਦਿਖਾਣਾ ਹੈ ਫਿਰ ਇੱਕ ਹੋਰ ਪੂਰਤੀ ਵਕਰ ਲਿਆਓ। ਤਾਂ ਇਸ ਕਰਕੇ ਕੀ ਹੁੰਦਾ ਹੈ, ਜਦੋਂ ਆਪਾਂ ਪੂਰਤੀ ਚ ਵਾਧਾ ਜਾਂ ਪੂਰਤੀ ਚ ਕਮੀ ਕਰਦੇ ਹਾਂ ਤਾਂ ਆਪਾਂ ਇਹਦੇ ਚ ਕੀ ਕਰਦੇ ਹਾਂ, ਆਪਾਂ ਜੋ ਬਦਲਾਵ ਲੈ ਕੇ ਆਨੇ ਆ ਉਹ ਬਾਕੀ ਤੱਤਾਂ ਦੇ ਵਿੱਚ ਲੈ ਕੇ ਆਨੇ ਆ, ਤਾਂ ਉਹ ਤਾਂ ਹੁਣ ਸੰਬੰਧ ਦਿਖਾਣਾ ਪੂਰਤੀ ਵਕਰ ਦੇ ਵਾਸ ਤੋਂ ਬਾਹਰ ਦੀ ਗੱਲ ਹੈ। ਫਿਰ ਆਪਾਂ ਨੂੰ ਕੀ ਕਰਨਾ ਪੈਂਦਾ ਹੈ, ਇੱਕ ਬਾਕੀ ਤੱਤਾਂ ਦਾ ਪ੍ਰਭਾਵ ਪੂਰਤੀ ਦੇ ਉੱਪਰ ਦਿਖਾਉਣ ਵਾਸਤੇ ਆਪਾਂ ਨੂੰ ਇੱਕ ਨਵੀਂ ਪੂਰਤੀ ਵਕਰ ਜਿਹੜੀ ਹੈ ਉਹ ਲੈ ਕੇ ਆਣੀ ਪੈਂਦੀ ਹੈ। ਤਾਂ ਹੁਣ ਸਿੰਪਲ ਜੀ ਗੱਲ ਹੈ ਵੀ ਜੇ ਤੁਸੀਂ ਪੂਰਤੀ ਚ 3 ਤੋਂ 5 ਜਾਓਗੇ ਤਾਂ ਆਬਵੀਅਸ ਹੈ ਪੂਰਤੀ ਵਕਰ ਜਿਹੜੀ ਹੈ ਉਹ ਸੱਜੇ ਪਾਸੇ ਬਣੇਗੀ। ਉਲਟਾ ਜੇ ਪੂਰਤੀ ਤੁਸੀਂ 5 ਤੋਂ 3 ਲੈ ਕੇ ਆਓਗੇ ਤਾਂ ਪੂਰਤੀ ਵਕਰ ਜਿਹੜਾ ਹੈ ਉਹ ਖੱਬੇ ਪਾਸੇ ਬਣੇਗੀ। ਤਾਂ ਇਹ ਕਾਰਨ ਹੈ ਵੀ ਜਦੋਂ ਪੂਰਤੀ ਵਿੱਚ ਵਾਧਾ ਜਾਂ ਪੂਰਤੀ ਵਿੱਚ ਕਮੀ ਹੁੰਦੀ ਹੈ ਤਾਂ ਆਪਾਂ ਇੱਕ ਨਵੀਂ ਪੂਰਤੀ ਵਕਰ ਦੇ ਉੱਪਰ ਜਿਹੜਾ ਹੈ ਉਹ ਕਿਉਂ ਚਲੇ ਜਾਂਦੇ ਆ, ਕਿਉਂਕਿ ਜਿਹੜੀ ਪੁਰਾਣੀ ਪੂਰਤੀ ਵਕਰ ਹੈ ਉਹ ਬਣਾਈ ਗਈ ਹੈ ਕੀਮਤ ਦੇ ਤੇ ਪੂਰਤੀ ਦੇ ਸੰਬੰਧ ਨੂੰ ਦਿਖਾਉਣ ਵਾਸਤੇ। ਪਰ ਆਪਾਂ ਕੀ ਕਰ ਰਹੇ ਹਾਂ, ਆਪਾਂ ਕੀਮਤ ਤੇ ਪੂਰਤੀ ਦਾ ਸੰਬੰਧ ਨਹੀਂ ਦਿਖਾ ਰਹੇ, ਆਪਾਂ ਜਿਹੜੀ ਪੂਰਤੀ ਹੈ ਉਹਦਾ ਸੰਬੰਧ ਦਿਖਾ ਰਹੇ ਹਾਂ ਹੋਰ ਤੱਤਾਂ ਦੇ ਨਾਲ। ਤਾਂ ਆਪਾਂ ਨੂੰ ਇੱਕ ਨਵੀਂ ਪੂਰਤੀ ਵਕਰ ਦੀ ਜਿਹੜੀ ਹੈ ਉਹ ਲੋੜ ਪੈਂਦੀ ਹੈ। ਤਾਂ ਇਹਦਾ ਲੌਜੀਕ ਹੋ ਗਿਆ ਨਵੀਂ ਪੂਰਤੀ ਵਕਰ ਕਿਉਂ ਹੈ। ਹੁਣ ਕੁਐਸਚਨ ਨੰਬਰ 2 ਉੱਠਦਾ ਹੈ ਵੀ ਜਿਹੜੀ ਨਵੀਂ ਪੂਰਤੀ ਵਕਰ ਹੈ ਉਹ ਪੁਰਾਣੀ ਦੇ ਪੈਰਲਲ ਕਿਉਂ ਜਾਂਦੀ ਹੈ। ਇਹਦਾ ਜਵਾਬ ਵੀ ਆਪਾਂ ਮੰਗ ਦੇ ਵਿੱਚ ਆਲਰੇਡੀ ਕਰ ਚੁੱਕੇ ਹਾਂ। ਮੈਂ ਇਹ ਦੱਸਿਆ ਸੀ ਵੀ ਜਦੋਂ ਦੋ ਵਕਰਾਂ, ਚਾਹੇ ਉਹ ਪੂਰਤੀ ਵਕਰ ਹੈ, ਚਾਹੇ ਉਹ ਮੰਗ ਵਕਰ ਹੈ, ਚਾਹੇ ਉਹ ਕੁੱਲ ਉਤਪਾਦਨ ਵਕਰ ਹੈ, ਕੋਈ ਮਰਜ਼ੀ ਵਕਰ ਹੈ, ਕੋਈ ਫਰਕ ਨਹੀਂ ਪੈਂਦਾ। ਅਗਰ ਦੋ ਵਕਰ ਜਿਹੜੀਆਂ ਨੇ ਉਹ ਇੱਕ ਦੂਜੇ ਦੇ ਪੈਰਲਲ ਜਾ ਰਹੀਆਂ ਨੇ, ਇਹਦਾ ਮਤਲਬ ਇਹ ਹੈ ਵੀ ਉਹਨਾਂ ਦੋਨਾਂ ਦੀ ਜਿਹੜੀ ਢਲਾਨ ਹੈ ਉਹ ਕੀ ਹੈ, ਉਹ ਸੇਮ ਹੈ। ਕਿਉਂ? ਅਗਰ ਆਪਾਂ ਇਸ
इस चीज ਨੂੰ ਥੋੜਾ ਜਿਹਾ ਦੁਬਾਰਾ ਬਣਾ ਕੇ ਦੇਖੀਏ। ਹੁਣ ਆਪਾਂ ਇਹ ਦੇਖਾਂਗੇ ਵੀ ਜਦੋਂ ਦੋ ਵਕਰ ਜਿਹੜੀਆਂ ਨੇ ਉਹ ਅਗਰ ਇੱਕ ਦੂਜੇ ਦੇ ਪੈਰਲਲ ਜਾਂਦੀਆਂ ਨੇ ਤਾਂ ਆਪਾਂ ਕੀ ਕਰਦੇ ਆ, ਆਪਾਂ ਦੋ ਡਾਇਗਰਾਮ ਬਣਾਉਂਦੇ ਆ। ਦੇਖੋ ਧਿਆਨ ਨਾਲ ਦੇਖਣਾ, ਆਪਾਂ ਦੋ ਡਾਇਗਰਾਮ ਬਣਾਉਣ ਲੱਗੇ ਆ, ਦੋਨਾਂ ਦੇ ਵਿੱਚ ਆਪਾਂ ਪੂਰਤੀ ਵਕਰ ਬਣਾਵਾਂਗੇ। ਠੀਕ ਹੈ, ਇੱਧਰ ਆਪਾਂ ਲੈ ਲੈਂਦੇ ਆ ਕੀਮਤ ਤੇ ਇੱਧਰ ਆਪਾਂ ਲੈ ਲੈਂਦੇ ਆ ਪੂਰਤੀ। ਇੱਕ ਡਾਇਗਰਾਮ ਆਪਾਂ ਹੋਰ ਬਣਾ ਲੈਂਦੇ ਆ, ਉਧਰ ਵੀ ਆਪਾਂ x ਐਕਸਿਸ ਤੇ ਲੈ ਲੈਂਦੇ ਆ ਪੂਰਤੀ ਤੇ y ਐਕਸਿਸ ਤੇ ਲੈ ਲੈਂਦੇ ਆ ਕੀਮਤ। ਠੀਕ ਹੈ, ਤਾਂ ਧਿਆਨ ਨਾਲ ਆਪਣੀ ਇੱਕ ਪੂਰਤੀ ਵਕਰ ਹੈ SS, ਐਵੇਂ ਇੱਧਰ ਸੇਮ ਇੱਕ ਪੂਰਤੀ ਵਕਰ ਬਣਾ ਲੈਂਦੇ ਆ SS। ਤਾਂ ਇਹ ਹੋਗੀ ਆਪਣੀ ਸ਼ੁਰੂਆਤੀ ਪੂਰਤੀ ਵਕਰ। ਮੈਂ ਕੀ ਕਰਦਾ, ਹੁਣ ਇੱਕ ਨਵੀਂ ਪੂਰਤੀ ਵਕਰ ਬਣਾਉਣਾ। ਹੁਣ ਅਗਰ ਤੁਸੀਂ ਧਿਆਨ ਨਾਲ ਦੇਖ ਰਹੇ ਹੋ ਤਾਂ ਜਿਹੜੀਆਂ ਮੈਂ ਨਵੀਂ ਪੂਰਤੀ ਵਕਰ ਬਣਾਈ ਹੈ S1 S1, ਇਹ ਤੇ ਪੁਰਾਣੀ ਪੂਰਤੀ ਵਕਰ ਕੀ ਨੇ, ਸਮਾਨਾਂਤਰ ਨੇ, ਪੈਰਲਲ ਨੇ। ਜਿਹੜਾ ਅੰਤਰ ਹੈ ਦੋਨਾਂ ਦਾ ਕੀ ਹੈ, ਬਰਾਬਰ ਹੈ। ਇੱਧਰ ਮੈਂ ਕੀ ਕਰਦਾ, ਜਿਹੜੀ ਨਵੀਂ ਪੂਰਤੀ ਵਕਰ ਬਣਾਉਣਾ ਉਹ ਇਸ ਤਰ੍ਹਾਂ ਬਣਾ ਦੇਣਾ S1 S1। ਹੁਣ ਤੁਸੀਂ ਦੇਖ ਰਹੇ ਹੋ ਵੀ ਇਹ ਪੈਰਲਲ ਨਹੀਂ ਹੈਗੀਆਂ। ਠੀਕ ਹੈ, ਹੁਣ ਅਗਰ ਪੈਰਲਲ ਨਹੀਂ ਹੈਗੀਆਂ ਤਾਂ ਮਤਲਬ ਕੀ ਹੈ, ਦੇਖੋ ਅਗਰ ਆਪਾਂ ਸ਼ੁਰੂਆਤ ਦੇ ਵਿੱਚ ਮੰਨ ਲਈਏ ਵੀ ਆਪਾਂ SA ਪੁਆਇੰਟ ਤੇ ਆ। ਠੀਕ ਹੈ, A ਪੁਆਇੰਟ ਤੇ ਕੀਮਤ ਹੈ P ਤੇ ਉਹਦੇ ਮੁਤਾਬਿਕ ਪੂਰਤੀ ਹੈ Q। ਜੋ ਇੱਧਰ A ਪੁਆਇੰਟ ਲਿਆ ਉਹੀ ਇੱਧਰ A ਪੁਆਇੰਟ ਲੈ ਲੈਨੇ ਆ। ਕੀਮਤ ਹੈ P, ਉਹਦੇ ਮੁਤਾਬਿਕ ਆਪਾਂ A ਪੁਆਇੰਟ ਤੇ ਹਾਂ ਤਾਂ ਪੂਰਤੀ ਹੈ ਆਪਣੇ ਕੋਲ Q। ਠੀਕ ਹੋ ਗਿਆ। ਆਪਾਂ ਕੀ ਕੀਤਾ, ਆਪਾਂ ਇਹਦੇ ਚ ਨਾ ਕੀਮਤ ਹੁਣ ਵਧਾਈ। ਮੰਨ ਲਓ ਆਪਾਂ ਕੀਮਤ ਵਧਾ ਕੇ ਕਰਤੀ P1, ਕੀਮਤ ਹੁਣ ਜਿਹੜੀ ਹੈ ਉਹ ਬਦਲ ਕੇ P1 ਹੋ ਗਈ। ਉਹਦੇ ਮੁਤਾਬਿਕ ਕੀ ਹੋਇਆ, ਆਪਾਂ ਹੁਣ ਨਵੀਂ ਪੂਰਤੀ ਵਕਰ ਤੇ ਜਾਣਾ ਹੈ। ਇੱਧਰ ਗਏ, ਆਪਾਂ ਆ ਗਏ B ਪੁਆਇੰਟ ਤੇ, ਤਾਂ ਉਧਰੋਂ ਆਪਾਂ ਕੀ ਕੀਤਾ, ਇੱਧਰ ਆ ਗਏ Q1। ਠੀਕ, ਐਵੇਂ ਹੀ ਆਪਾਂ ਇੱਧਰ ਜਿੰਨੀ ਕੀਮਤ ਇੱਧਰ ਵਧਾਈ ਸੀ ਉਨੀ ਹੀ ਇੱਧਰ ਲਾ ਦਿੰਨੇ ਆ। ਆਪਾਂ P1 ਤੇ ਆ ਗਏ, ਹੁਣ ਆਪਾਂ ਨਵੀਂ ਪੂਰਤੀ ਵਕਰ ਤੇ ਜਾਣਾ ਇੱਥੇ। ਠੀਕ ਹੈ, ਗਏ ਤਾਂ ਹੁਣ ਆਪਾਂ ਇੱਧਰ ਆ ਗਏ Q1। ਠੀਕ, ਹੁਣ ਅਗਰ ਆਪਾਂ ਧਿਆਨ ਨਾਲ ਦੇਖੀਏ ਤਾਂ ਕੀ ਹੋ ਰਿਹਾ, ਹੁਣ ਆਪਾਂ ਅਗਰ ਇਹ ਕਹਿੰਦੇ ਆ ਵੀ ਆਪਾਂ ਨਵੀਂ ਪੂਰਤੀ ਵਕਰ ਤੇ ਗਏ ਆ ਜੋ ਕਿ ਪੈਰਲਲ ਹੈ, ਯਾਨੀ ਹੁਣ ਇਹਨਾਂ ਦੋਨਾਂ ਦਾ ਗੈਪ ਜਿਹੜਾ ਉਹ ਸੇਮ ਹੈ। ਠੀਕ, ਤਾਂ ਇੱਧਰ ਵੀ ਦੇਖੋ, ਇੱਧਰ ਤਾਂ ਗੈਪ ਬਹੁਤ ਜ਼ਿਆਦਾ ਹੋ ਗਿਆ ਹੈ ਨਾ। ਤਾਂ ਕੀ ਹੋਏਗਾ, ਇਹਨਾਂ ਦੋਨਾਂ ਦੀ ਜਿਹੜੀ ਢਲਾਨ ਹੈ ਉਹ ਕੀ ਹੋਏਗਾ, ਸੇਮ ਹੋਏਗੀ। ਢਲਾਨ ਕਿਉਂ ਸੇਮ ਹੋਏਗੀ, ਅਗਰ ਆਪਾਂ ਧਿਆਨ ਨਾਲ ਸੋਚੀਏ ਤਾਂ ਆਪਾਂ ਜਦੋਂ ਪੂਰਤੀ ਵਕਰ ਦੀ ਢਲਾਨ ਕੀਤੀ ਸੀ, ਆਪਾਂ ਕੀ ਕਿਹਾ ਸੀ, ਆਪਾਂ ਕਿਹਾ ਸੀ ਉਹ ਹੁੰਦੀ ਹੈ ਖੜਵਾ ਬਟਾ ਲੇਟਵਾ ਡੈਲਟਾ P ਬਟਾ ਡੈਲਟਾ Q। ਠੀਕ, ਹੁਣ ਸੋਚੋ ਵੀ ਅਗਰ ਆਪਾਂ ਢਲਾਨ ਪਤਾ ਕਰਨੀ ਹੈ ਤਾਂ ਆਪਣੇ ਕੋਲ ਦੋ ਤੱਤ ਨੇ, ਕੀਮਤ ਚ ਬਦਲਾਵ ਬਟਾ ਪੂਰਤੀ ਵਿੱਚ ਬਦਲਾਵ, ਇਹ ਹੈ ਨਾ। ਤਾਂ ਆਪਾਂ ਢਲਾਨ ਐਵੇਂ ਕੱਢੀ ਸੀ। ਪਰ ਜਦੋਂ ਆਪਾਂ ਦੇਖੋ ਹੁਣ ਆ ਪੂਰਤੀ ਵਕਰ ਬਣਾ ਰਹੇ ਆ, ਜਦੋਂ ਆਪਾਂ ਮੰਗ ਦੇ ਵਿੱਚ ਗੱਲ ਕੀਤੀ ਸੀ ਉਹੀ ਚੀਜ਼ ਆਪਾਂ ਪੂਰਤੀ ਤੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਆ। ਵੀ ਦੇਖੋ ਜਦੋਂ ਆਪਾਂ ਪੂਰਤੀ ਚ ਵਾਧਾ ਕਰਦੇ ਆ ਜਾਂ ਪੂਰਤੀ ਚ ਕਮੀ ਕਰਦੇ ਆ ਤਾਂ ਆਪਾਂ ਕੀਮਤ ਕਰਕੇ ਤਾਂ ਕਰਦੇ ਹੀ ਨਹੀਂ, ਯਾਨੀ ਆਪਾਂ ਕੀਮਤ ਨੂੰ ਕੀ ਕਰਦੇ ਆ, ਸੇਮ ਰੱਖਦੇ ਆ। ਤਾਂ ਡੈਲਟਾ P ਯਾਨੀ ਕਿ ਕੀਮਤ ਵਿੱਚ ਹੋਣ ਵਾਲਾ ਬਦਲਾਵ ਕਿੰਨਾ ਹੁੰਦਾ ਹੈ, 0। ਹੁਣ ਜਿਹੜੇ ਪਿੱਛੇ ਟੇਬਲ ਬਣੇ ਹੋਏ ਸੀ, ਕੀਮਤ ਪਹਿਲਾਂ ਵੀ 3 ਸੀ ਬਾਅਦ ਚ ਵੀ 3 ਸੀ, ਤਾਂ ਕੀਮਤ ਚ ਬਦਲਾਵ ਕਿੰਨਾ ਆਇਆ, 0। ਪੂਰਤੀ ਆਪਾਂ ਜਿਹੜੀ ਹੈ ਉਹ ਆਪਾਂ ਕੀ ਕੀਤਾ ਸੀ, 3 ਤੋਂ 5 ਕੀਤੀ ਜਾਂ 5 ਤੋਂ 3 ਕੀਤੀ, ਬਦਲਾਵ ਕਿੰਨਾ ਆਇਆ, 2 ਦਾ। ਤਾਂ 0 ਬਟਾ 2 ਕਿੰਨਾ ਆ ਗਿਆ, 0। ਮਤਲਬ ਢਲਾਨ ਦੇ ਵਿੱਚ ਬਦਲਾਵ ਕਿੰਨਾ ਹੋਣਾ ਚਾਹੀਦਾ ਹੈ, 0। ਮਤਲਬ ਦੋਨਾਂ ਦੀ ਢਲਾਨ ਬਦਲਣੀ ਨਹੀਂ ਚਾਹੀਦੀ। ਢਲਾਨ ਨਹੀਂ ਬਦਲਣੀ ਚਾਹੀਦੀ ਮਤਲਬ ਕੀ ਹੋਣਗੀਆਂ, ਪੈਰਲਲ ਹੋਣਗੀਆਂ। ਇੱਥੇ ਢਲਾਨ ਬਦਲ ਗਈ ਨਾ, ਇੱਥੇ ਢਲਾਨ ਬਦਲ ਗਈ ਮਤਲਬ ਇਹ ਪੈਰਲਲ ਨਹੀਂ ਹੈਗੀਆਂ। ਤਾਂ ਆਪਾਂ ਜਦੋਂ ਵੀ ਕੀਮਤ ਵਿੱਚ ਵਾਧਾ ਜਾਂ ਕੀਮਤ ਵਿੱਚ ਕਮੀ ਕਰਦੇ ਆ, ਜੋ ਵੀ ਆਪਾਂ ਹੁਣੇ ਡਿਸਕਸ ਕੀਤਾ ਵੀ ਆਪਾਂ ਪੂਰਤੀ ਵਿੱਚ ਵਾਧਾ ਕਰ ਰਹੇ ਆ, ਆਪਾਂ ਪੂਰਤੀ ਦੇ ਵਿੱਚ ਕਮੀ ਕਰ ਰਹੇ ਆ। ਪੂਰਤੀ ਚ ਵਾਧਾ ਪੂਰਤੀ ਚ ਕਮੀ ਕਿੰਦੇ ਕਰਕੇ ਹੁੰਦਾ ਹੈ, ਕੀਮਤ ਤੋਂ ਇਲਾਵਾ ਬਾਕੀ ਤੱਤਾਂ ਕਰਕੇ ਹੁੰਦਾ ਹੈ। ਮਤਲਬ ਕੀਮਤ ਚ ਬਦਲਾਵ ਕਿੰਨਾ ਹੁੰਦਾ ਹੈ, 0। ਤਾਂ ਉੱਪਰ ਕੀ ਆ ਗਿਆ, 0। ਪੂਰਤੀ ਚ ਬਦਲਾਵ ਹੋ ਰਿਹਾ ਹੈ ਤਾਂ ਭਾਵੇਂ 2 ਲਿਖ ਲਓ ਭਾਵੇਂ 4 ਲਿਖ ਲਓ, ਤਾਂ ਆਨਸਰ ਕਿੰਨਾ ਆਏਗਾ, 0 ਆਏਗਾ। ਮਤਲਬ ਢਲਾਨ ਦੇ ਵਿੱਚ ਬਦਲਾਵ ਜਿਹੜਾ ਉਹ ਕਿੰਨਾ ਆਉਣਾ ਚਾਹੀਦਾ ਹੈ, 0। ਮਤਲਬ ਢਲਾਨ ਬਦਲਣੀ ਨਹੀਂ ਚਾਹੀਦੀ, ਦੋਨਾਂ ਦੀ ਢਲਾਨ ਸੇਮ ਹੋਣੀ ਚਾਹੀਦੀ ਹੈ। ਅਗਰ ਦੋ ਵਕਰਾਂ ਦੀ ਢਲਾਨ ਸੇਮ ਹੈ ਨਾ ਤਾਂ ਕੀ ਹੋਏਗਾ, ਦੋਨੋਂ ਦਾ ਫਾਸਲਾ ਜਿਹੜਾ ਹੈ ਉਹ ਸੇਮ ਰਹੇਗਾ। ਤਾਂ ਇਸ ਕਰਕੇ ਜਦੋਂ ਪੂਰਤੀ ਵਿੱਚ ਵਾਧਾ ਕਰਨਾ ਹੈ ਜਾਂ ਪੂਰਤੀ
ਵਿੱਚ ਕਮੀ ਕਰਨੀ ਹੈ ਤਾਂ ਧਿਆਨ ਰੱਖਣਾ ਹੈ ਕਿ ਦੋਨਾਂ ਦੀ ਢਲਾਨ ਇੱਕੋ ਵਰਗੀ ਹੋਣੀ ਚਾਹੀਦੀ ਹੈ। ਮਤਲਬ ਦੋਨਾਂ ਦੀ ਢਲਾਨ ਜਿਹੜੀ ਹੈ ਉਹਨਾਂ ਵਿੱਚ ਕੋਈ ਫਰਕ ਨਹੀਂ ਆਣਾ ਚਾਹੀਦਾ। ਜਦੋਂ ਢਲਾਨ ਦੇ ਵਿੱਚ ਕੋਈ ਫਰਕ ਨਹੀਂ ਆਏਗਾ ਤਾਂ ਕੀ ਹੋਏਗਾ, ਦੋਨੋਂ ਵਕਰ ਜਿਹੜੀਆਂ ਨੇ ਉਹ ਕੀ ਹੋਏਗਾ, ਪੈਰਲਲ ਜਾਣਗੀਆਂ। ਤਾਂ ਪੈਰਲਲ ਬਣਾਣੀ ਹੈ, ਠੀਕ ਹੋ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਪੂਰਤੀ ਵਿੱਚ ਵਾਧਾ ਤੇ ਪੂਰਤੀ ਵਿੱਚ ਕਮੀ ਹੁੰਦੀ ਹੈ ਉਹਦੇ ਕਾਰਨ ਕੀ ਨੇ। ਤਾਂ ਪੂਰਤੀ ਵਿੱਚ ਵਾਧੇ ਦੇ ਕਾਰਨ, ਦੇਖੋ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਕਿ ਪੂਰਤੀ ਵਿੱਚ ਵਿਸਥਾਰ ਦੇ ਕਾਰਨ, ਜਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੂਰਤੀ ਵਿੱਚ ਸੰਕੁਚਨ ਦੇ ਕਾਰਨ। ਇਹ ਤਾਂ ਆਪਾਂ ਕਹਿ ਨਹੀਂ ਸਕਦੇ। ਕਿਉਂ ਨਹੀਂ ਕਹਿ ਸਕਦੇ? ਕਿਉਂਕਿ ਦੇਖੋ ਜੋ ਪੂਰਤੀ ਵਿੱਚ ਵਿਸਥਾਰ ਹੈ ਤਾਂ ਜੋ ਪੂਰਤੀ ਵਿੱਚ ਸੰਕੁਚਨ ਹੈ ਉਹਦੇ ਤਾਂ ਸਿਰਫ ਇੱਕੋ ਹੀ ਕਾਰਨ ਹੈ ਕਿ ਕੀਮਤ, ਕਿਉਂਕਿ ਆਪਾਂ ਸਿਰਫ ਕੀਮਤ ਕਰਕੇ ਬਦਲਦੇ ਆ, ਬਾਕੀ ਤਾਂ ਸਾਰੇ ਦੇ ਸਾਰੇ ਤੱਤ ਜਿਹੜੇ ਨੇ ਉਹ ਆਪਾਂ ਸਥਿਰ ਰੱਖ ਲੈਂਦੇ ਆ। ਪਰ ਜਿਹੜਾ ਪੂਰਤੀ ਵਿੱਚ ਵੱਧ ਹੈ ਉਹ ਕੀਮਤ ਤੋਂ ਇਲਾਵਾ ਬਾਕੀ ਤੱਤਾਂ ਕਰਕੇ ਹੁੰਦਾ ਹੈ। ਤਾਂ ਆਪਾਂ ਬੜੇ ਸਾਰੇ ਬਾਕੀ ਤੱਤ ਕੀਤੇ ਸੀ। ਜਦੋਂ ਆਪਾਂ ਪੂਰਤੀ ਫਲਨ ਕੀਤਾ ਸੀ ਤਾਂ ਆਪਾਂ ਕਿਹਾ ਸੀ ਕਿ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਜਿਹੜੇ ਨੇ ਉਹ ਕਿੰਨੇ ਆਪਾਂ ਕੀਤੇ ਸੀ, 9 ਤੱਤ ਕੀਤੇ ਸੀ, ਠੀਕ ਹੈ। ਹੁਣ 9 ਤੱਤਾਂ ਦੇ ਵਿੱਚੋਂ ਕੀਮਤ ਕੱਢ ਦਿਓ, ਬਾਕੀ ਕਿੰਨੇ ਬਚੇ, 8। ਯਾਨੀ ਪੂਰਤੀ ਵਿੱਚ ਵਾਧਾ 8 ਕਾਰਨਾਂ ਕਰਕੇ ਹੋ ਸਕਦਾ ਹੈ। ਜੇ ਤੁਸੀਂ ਹੋਰ ਕੋਈ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਸੋਚ ਲਏ ਤਾਂ ਉਹ ਵੀ ਵਿੱਚ ਆ ਸਕਦੇ ਨੇ, ਪਰ ਮੈਂ 9 ਕਰਾਏ ਸੀ। ਮੈਂ ਆਦੇ ਹਿਸਾਬ ਨਾਲ ਕਹਿੰਦਾ ਪਿਆ ਵੀ ਮੇਰੇ ਹਿਸਾਬ ਨਾਲ 8 ਤੱਤ ਬੰਦੇ ਨੇ। ਤੁਸੀਂ ਕੋਈ ਹੋਰ ਸੋਚ ਲਓ ਵੀ ਜੋ ਪੂਰਤੀ ਵਿੱਚ ਜਿਹੜਾ ਉਹ ਬਦਲਾਵ ਲੈ ਆ ਸਕਦੇ ਨੇ ਤਾਂ ਉਹ ਵੀ ਵਿੱਚ ਇੰਕਲੂਡ ਹੋ ਜਾਣਗੇ। ਤਾਂ ਆਪਾਂ ਕੀਮਤ ਨੂੰ ਛੱਡ ਕੇ ਬਾਕੀ ਸਾਰੇ ਤੱਤ ਜਿਹੜੇ ਨੇ ਹੁਣ ਲਿਖਣ ਜਾ ਰਹੇ ਹਾਂ। ਤਾਂ ਹੁਣ ਉਹਦੇ ਵਿੱਚ ਕੀ ਹੋ ਰਿਹਾ ਹੈ, ਨੰਬਰ 1 ਆਪਾਂ ਕਿਹਾ, ਦੇਖੋ ਹੁਣ ਪੂਰਤੀ ਵਧੇਗੀ। ਕਦੋਂ ਵਧੇਗੀ? ਜਦੋਂ ਮੰਨ ਲਓ ਵੀ ਤੁਹਾਡੀ ਜਿਹੜੀ ਸਥਾਨਾਪੰਨ ਵਸਤੂ ਹੈ, ਠੀਕ ਹੈ, ਜਿਹੜੀ ਸਥਾਨਾਪੰਨ ਵਸਤੂ ਹੈ, ਹੁਣ 1 ਪੁਆਇੰਟ ਵੱਧ ਜਾਏਗਾ। ਕਿਉਂ ਵਧੇਗਾ? ਕਿਉਂਕਿ ਮੈਂ ਸਥਾਨਾਪੰਨ ਤੇ ਪੂਰਕ ਵਸਤੂਆਂ ਨੂੰ ਅਲੱਗ-ਅਲੱਗ ਲਿਖਾਂਗਾ। ਤਾਂ ਸਥਾਨਾਪੰਨ ਵਸਤੂ ਦੀ ਕੀਮਤ ਵਿੱਚ ਕੀ ਹੋ ਜਾਵੇ, ਹੁਣ ਦੇਖੋ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਵਸਤੂ ਦੀ ਪੂਰਤੀ ਜਿਹੜੀ ਹੈ ਉਹ ਵਧਣੀ ਚਾਹੀਦੀ ਹੈ, ਤੁਹਾਡੀ ਵਸਤੂ ਜ਼ਿਆਦਾ ਬਾਜ਼ਾਰ ਚ ਆਣੀ ਚਾਹੀਦੀ ਹੈ। ਕਦੋਂ ਆਏਗੀ? ਜਦੋਂ ਤੁਹਾਡੀ ਸਥਾਨਾਪੰਨ ਵਸਤੂ ਕੀ ਹੋਏਗਾ, ਘੱਟ ਆਏਗੀ। ਹੁਣ ਕਦੋਂ ਘੱਟ ਆਏਗੀ? ਜਦੋਂ ਉਹਦੀ ਕੀਮਤ ਵਿੱਚ ਕੀ ਹੋਏਗਾ, ਕਮੀ ਹੋ ਜਾਏਗੀ। ਹੁਣ ਦੇਖੋ ਜਦੋਂ ਸਥਾਨਾਪੰਨ ਵਸਤੂ ਦੀ ਕੀਮਤ ਵਿੱਚ ਕਮੀ ਹੋਏਗੀ, ਹੁਣ ਆਪਾਂ ਨੂੰ ਸੋਚਣਾ ਕਿਵੇਂ ਹੈ, ਆਪਾਂ ਨੂੰ ਪੂਰਤੀ ਦੇ ਹਿਸਾਬ ਨਾਲ ਸੋਚਣਾ ਹੈ, ਇਹਨੂੰ ਆਪਾਂ ਮੰਗ ਦੇ ਹਿਸਾਬ ਨਾਲ ਨਹੀਂ ਸੋਚਣਾ। ਤਾਂ ਕੀ ਹੋਇਆ ਵੀ ਜੋ ਤੁਹਾਡੀ ਵਸਤੂ ਸੀ ਉਹਦੀ ਜਿਹੜੀ ਸਥਾਨਾਪੰਨ ਵਸਤੂ ਹੈ, ਮਤਲਬ ਜਿਹੜੀ ਵਸਤੂ ਉਹਦੀ ਥਾਂ ਤੇ ਯੂਜ਼ ਹੋ ਸਕਦੀ ਹੈ, ਉਹਦੀ ਕੀਮਤ ਜਿਹੜੀ ਹੈ ਉਹ ਘਟ ਗਈ। ਜੇ ਉਹਦੀ ਕੀਮਤ ਘਟੀ ਹੈ ਤਾਂ ਉਹਦੀ ਪੂਰਤੀ ਘਟੇਗੀ। ਉਹਦੀ ਪੂਰਤੀ ਘਟੇਗੀ ਮਤਲਬ ਉਹ ਬਾਜ਼ਾਰ ਦੇ ਵਿੱਚ ਕੀ ਹੋਏਗਾ, ਘੱਟ ਆਏਗੀ। ਜੇ ਉਹ ਬਾਜ਼ਾਰ ਦੇ ਵਿੱਚ ਘੱਟ ਆਏਗੀ ਤਾਂ ਫਿਰ ਤੁਹਾਡੀ ਚੀਜ਼ ਬਾਜ਼ਾਰ ਦੇ ਵਿੱਚ ਜ਼ਿਆਦਾ ਆਏਗੀ। ਤਾਂ ਤੁਹਾਡੀ ਵਸਤੂ ਦੀ ਪੂਰਤੀ ਜਿਹੜੀ ਹੈ ਉਹ ਵੱਧ ਗਈ ਬਿਨਾਂ ਤੁਹਾਡੀ ਵਸਤੂ ਦੀ ਕੀਮਤ ਵਿੱਚ ਬਦਲਾਵ ਹੋਏ। ਕਿਉਂ ਬਦਲਾਵ ਨਹੀਂ ਹੋਇਆ? ਵੀ ਤੁਹਾਡੀ ਜਿਹੜੀ ਸਥਾਨਾਪੰਨ ਵਸਤੂ ਹੈ ਉਹਦੀ ਕੀਮਤ ਘਟੀ ਹੈ, ਤੁਹਾਡੀ ਵਸਤੂ ਦੀ ਕੀਮਤ ਤਾਂ ਨਹੀਂ ਘਟੀ ਨਾ, ਉਹ ਤਾਂ ਉਨੀ ਦੀ ਉਨੀ ਹੈ। ਤਾਂ ਉਹਦੀ ਕੀਮਤ ਘਟੀ ਤਾਂ ਉਹਦੀ ਪੂਰਤੀ ਘਟੀ, ਉਹ ਬਾਜ਼ਾਰ 'ਚ ਘੱਟ ਆਈ। ਜੋ ਬਾਜ਼ਾਰ 'ਚ ਘੱਟ ਆਏਗੀ ਤਾਂ ਤੁਹਾਡੀ ਵਸਤੂ ਬਾਜ਼ਾਰ 'ਚ ਜ਼ਿਆਦਾ ਆਏਗੀ, ਤਾਂ ਪੂਰਤੀ ਜਿਹੜੀ ਹੈ ਉਹ ਵੱਧ ਜਾਏਗੀ। ਹਾਲਾਂਕਿ ਤੁਹਾਡੀ ਵਸਤੂ ਦੀ ਕੀਮਤ ਵਿੱਚ ਕੋਈ ਬਦਲਾਵ ਜਿਹੜਾ ਉਹ ਨਹੀਂ ਹੋਇਆ। ਨੰਬਰ ਇੱਧਰ ਅਗਰ ਆਪਾਂ ਨਾਲ ਦੇ ਨਾਲ ਪੈਰਲਲ ਬਣਾਈਏ, ਇੱਧਰ ਕੀ ਹੋਏਗਾ, ਹੁਣ ਪੂਰਤੀ ਵਿੱਚ ਕਮੀ ਕਰਾਣੀ ਹੈ, ਮਤਲਬ ਤੁਹਾਡੀ ਚੀਜ਼ ਬਾਜ਼ਾਰ 'ਚ ਘੱਟ ਆਣੀ ਚਾਹੀਦੀ ਹੈ। ਤੇ ਕੀ ਹੋਏਗਾ, ਇੱਥੇ ਆਪਾਂ ਬਿਲਕੁਲ ਉਲਟਾ ਲਿਖਣਾ ਹੈ। ਇੱਥੇ ਆਪਾਂ ਲਿਖ ਦਿਆਂਗੇ ਸਥਾਨਾਪੰਨ ਵਸਤੂ ਦੀ ਕੀਮਤ ਵਿੱਚ ਵਾਧਾ, ਠੀਕ ਹੈ। ਤਾਂ ਕੀ ਹੋਇਆ, ਜਿਹੜੀ ਚੀਜ਼ ਤੁਹਾਡੀ ਵਸਤੂ ਦੀ ਥਾਂ ਤੇ ਵਰਤੀ ਜਾ ਰਹੀ ਸੀ ਉਹਦੀ ਕੀਮਤ ਵੱਧ ਗਈ। ਜੇ ਉਹਦੀ ਕੀਮਤ ਵਧੀ ਹੈ ਤਾਂ ਫਿਰ ਉਹਦੀ ਪੂਰਤੀ ਵਧੇਗੀ, ਕਿਉਂਕਿ ਉਹਦੇ ਤੇ ਪੂਰਤੀ ਦਾ ਨਿਯਮ ਲੱਗੇਗਾ। ਮਤਲਬ ਜੋ ਚੀਜ਼ ਤੁਹਾਡੀ ਵਸਤੂ ਦੀ ਥਾਂ ਤੇ ਵਰਤੀ ਜਾ ਰਹੀ ਸੀ ਉਹ ਆ ਗਈ ਬਾਜ਼ਾਰ ਦੇ ਵਿੱਚ ਜ਼ਿਆਦਾ, ਠੀਕ, ਤਾਂ ਉਹ ਤਾਂ ਤੁਹਾਡੀ ਵਸਤੂ ਦੀ ਥਾਂ ਤੇ ਵਰਤੀ ਜਾਣੀ ਹੈ। ਜੇ ਉਹ ਬਾਜ਼ਾਰੇ ਜ਼ਿਆਦਾ ਆਏਗੀ ਮਤਲਬ ਲੋਕੀ ਉਹਨੂੰ ਬਾਜ਼ਾਰ 'ਚ ਜ਼ਿਆਦਾ ਪ੍ਰੈਫਰ ਕਰ ਰਹੇ ਨੇ, ਫਿਰ ਤੁਹਾਡੀ ਚੀਜ਼ ਬਾਜ਼ਾਰ ਦੇ ਵਿੱਚ ਘੱਟ ਆਏਗੀ। ਤਾਂ ਕੀ ਹੋਏਗਾ, ਹਾਲਾਂਕਿ ਤੁਹਾਡੀ ਵਸਤੂ ਦੀ ਕੀਮਤ 'ਚ ਕੋਈ ਬਦਲਾਵ ਨਹੀਂ ਆਇਆ, ਪਰ ਤੁਹਾਡੀ ਜਿਹੜੀ ਸਥਾਨਾਪੰਨ ਵਸਤੂ ਹੈ ਉਹ ਬਾਜ਼ਾਰ 'ਚ ਜ਼ਿਆਦਾ ਆਉਣ ਕਰਕੇ ਤੁਹਾਡੀ ਵਸਤੂ ਦੀ ਹੁਣ ਲੋੜ ਨਹੀਂ ਰਹੇਗੀ। ਤਾਂ ਕੀ ਹੋਏਗਾ, ਉਹਦੀ ਪੂਰਤੀ ਦੇ ਵਿੱਚ ਕੀ ਹੋ ਜਾਏਗਾ, ਕਮੀ ਹੋ ਜਾਏਗੀ। ਬਸ ਉਲਟੇ ਪੁਆਇੰਟ ਲਿਖੇ ਜੋ। ਅਗਰ ਆਪਾਂ ਇੱਧਰ ਲਿਖ ਲਈਏ, ਹੁਣ ਆਪਾਂ ਪੂਰਤੀ ਵਧਾਣੀ ਹੈ ਤਾਂ ਆਪਾਂ ਲਿਖਾਂਗੇ ਜਿਹੜੀ ਪੂਰਕ ਵਸਤੂ ਹੈ, ਪੂਰਕ ਵਸਤੂ ਦੀ ਕੀਮਤ ਵਿੱਚ ਵਾਧਾ।
यानी ਇਹ ਜੀ ਵਸਤੂ ਜਿਹੜੀ ਤੁਹਾਡੀ ਵਸਤੂ ਦੀ ਥਾਂ ਤੇ ਵਰਤੀ ਜਾ ਸਕਦੀ ਸੀ ਉਹਦਾ ਗੱਲ ਅਲੱਗ ਹੈ। ਹੁਣ ਇਹ ਪੂਰਕ ਮਤਲਬ ਜੋ ਵਸਤੂ ਤੁਹਾਡੀ ਵਸਤੂ ਦੀ ਪੂਰਕ ਹੈ, मतलब जो वस्तु ਤੁਹਾਡੀ ਵਸਤੂ ਦੇ ਨਾਲ ਵਰਤੀ ਨਹੀਂ ਹੈ। ਪੂਰਕ मतलब जो ਤੁਹਾਡੀ ਵਸਤੂ ਨੂੰ ਪੂਰਾ ਕਰੇਗੀ, मतलब पूरा करेगी मतलब ਤੁਹਾਡੀ ਵਸਤੂ ਦੇ ਨਾਲ ਵਰਤੀ ਹੋਵੇਗੀ। ਕੀ ਹੋਇਆ, ਉਸ ਵਸਤੂ ਦੀ ਕੀਮਤ ਜਿਹੜੀ ਆ ਉਹ ਵੱਧ ਗਈ। ਮੰਨ ਲਓ ਹੁਣ ਜਿਵੇਂ ਕਾਰ ਤੇ ਪੈਟਰੋਲ ਆਪਾਂ ਐਗਜ਼ਾਮਪਲ ਲਈ ਸੀ, ਹੁਣ ਕਾਰ ਦੀ ਕੀਮਤ ਜਿਹੜੀ ਹੈ ਉਹ ਵੱਧ ਗਈ ਕਿਉਂਕਿ ਤੁਹਾਡੀ ਵਸਤੂ ਪੈਟਰੋਲ ਹੈ ਮੰਨ ਲਓ, ਤਾਂ ਜੋ ਕੀਮਤ ਵਧੀ ਹੈ ਉਹ ਪੈਟਰੋਲ ਦੀ ਨਹੀਂ ਵਧੀ, ਕੀਮਤ ਵਧੀ ਹੈ ਕਾਰ ਦੀ, क्योंकि आप आदि वस्तु की कीमत तो बदलनी नहीं, आप पूरक वस्तु की कीमत बढ़ानी है। तो कार ਤੁਹਾਡੀ वस्तु है, सॉरी पेट्रोल ਜਿਹੜੀ ਹੈ ਉਹ ਤੁਹਾਡੀ वस्तु है, कार ਜਿਹੜੀ ਹੈ ਉਹਦੀ ਪੂਰਕ वस्तु है। ਤਾਂ ਕੀਮਤ ਵਧੀ ਕਾਰ ਦੀ, ਜੇ ਕਾਰ ਦੀ ਕੀਮਤ ਵਧੀ ਤਾਂ ਕਾਰ ਬਾਜ਼ਾਰ ਦੇ ਵਿੱਚ ਜ਼ਿਆਦਾ ਆਏਗੀ ਕਿਉਂਕਿ ਕਾਰ ਦੇ ਉੱਪਰ ਪੂਰਤੀ ਦਾ ਨਿਯਮ ਲੱਗੇਗਾ। ਕਾਰ ਦੀ ਕੀਮਤ ਵਧੀ ਤਾਂ ਕਾਰ ਦੀ ਪੂਰਤੀ ਵਧੀ, ਕਾਰ ਬਾਜ਼ਾਰ 'ਚ ਜ਼ਿਆਦਾ ਆਏਗੀ। ਜੇ ਕਾਰ ਬਾਜ਼ਾਰ 'ਚ ਜ਼ਿਆਦਾ ਆਏਗੀ ਤਾਂ ਉਹਨੂੰ ਚਲਾਉਣ ਵਾਸਤੇ ਪੈਟਰੋਲ ਵੀ ਪਹਿਲਾਂ ਨਾਲੋਂ ਜ਼ਿਆਦਾ ਆਏਗਾ। ਪੈਟਰੋਲ ਤੁਹਾਡੀ ਵਸਤੂ ਹੈ ਤਾਂ ਕੀ ਹੋ ਜਾਊਗਾ, ਪੈਟਰੋਲ ਵੀ ਬਾਜ਼ਾਰ ਦੇ ਵਿੱਚ ਜ਼ਿਆਦਾ ਆਏਗਾ, ਮਤਲਬ ਪੈਟਰੋਲ ਦੀ ਪੂਰਤੀ ਕੀ ਹੋ ਜਾਏਗਾ, ਵੱਧ ਜਾਏਗੀ। ਹਾਲਾਂਕਿ ਪੈਟਰੋਲ ਦੀ ਕੀਮਤ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਜਿਹੜਾ ਹੈ ਉਹ ਨਹੀਂ ਹੋਇਆ। ਅਗਰ ਆਪਾਂ ਇੱਧਰ ਆ ਜਾਈਏ, ਹੁਣ ਆਪਾਂ ਇੱਧਰ ਕੀ ਲਿਖ ਦਿਆਂਗੇ, ਇੱਧਰ ਆਪਾਂ ਲਿਖਾਂਗੇ ਪੂਰਕ ਵਸਤੂ ਦੀ ਕੀਮਤ ਵਿੱਚ ਕਮੀ। ਤਾਂ ਹੁਣ ਕੀ ਹੋਇਆ ਵੀ ਜਿਹੜੀ ਤੁਹਾਡੀ ਵਸਤੂ ਦੀ ਪੂਰਕ ਵਸਤੂ ਹੈ ਉਹਦੀ ਕੀਮਤ ਘਟ ਗਈ। ਹੁਣ ਜਿਵੇਂ ਕਾਰ ਪੈਟਰੋਲ ਫਿਰ ਲੈ ਲਓ ਵੀ ਕਾਰ ਦੀ ਕੀਮਤ ਜਿਹੜੀ ਹੈ ਉਹ ਘਟ ਗਈ, ਤੁਹਾਡੀ ਵਸਤੂ ਪੈਟਰੋਲ ਹੈ, ਕਾਰ ਦੀ ਕੀਮਤ ਘਟੀ ਤਾਂ ਕਾਰ ਦੀ ਪੂਰਤੀ ਘਟੀ ਕਿਉਂਕਿ ਜੇ ਕਾਰ ਦੀ ਕੀਮਤ ਘਟੇਗੀ ਤਾਂ ਕਾਰ ਦੇ ਉੱਪਰ ਪੂਰਤੀ ਦਾ ਨਿਯਮ ਲੱਗੇਗਾ। ਇਹਦਾ ਮਤਲਬ ਕਾਰ ਆਏਗੀ ਬਾਜ਼ਾਰ ਦੇ ਵਿੱਚ ਘੱਟ, ਜੇ ਕਾਰ ਹੀ ਬਾਜ਼ਾਰ ਦੇ ਵਿੱਚ ਘੱਟ ਆਏਗੀ ਤਾਂ ਫਿਰ ਉਹਨੂੰ ਚਲਾਉਣ ਵਾਸਤੇ ਪੈਟਰੋਲ ਵੀ ਘੱਟ ਹੀ ਆਏਗਾ, ਤਾਂ ਪੈਟਰੋਲ ਦੀ ਪੂਰਤੀ ਵੀ ਕੀ ਹੋ ਜਾਏਗਾ, ਘਟ ਜਾਏਗੀ। ਹਾਲਾਂਕਿ ਪੈਟਰੋਲ ਦੀ ਕੀਮਤ ਚੇਂਜ ਨਹੀਂ ਹੋਈ ਪਰ ਕਿਉਂਕਿ ਕਾਰ ਹੀ ਘੱਟ ਆ ਰਹੀ ਹੈ ਤਾਂ ਫਿਰ ਪੈਟਰੋਲ ਦੀ ਲੋੜ ਵੀ ਘੱਟ ਪਏਗੀ, ਤਾਂ ਪੈਟਰੋਲ ਵੀ ਘੱਟ ਆਏਗਾ ਤਾਂ ਪੈਟਰੋਲ ਦੀ ਪੂਰਤੀ 'ਚ ਕੀ ਹੋ ਜਾਏਗਾ, ਕਮੀ ਹੋ ਜਾਏਗੀ। ਠੀਕ, ਨੰਬਰ 3 ਆਪਾਂ ਲੈ ਸਕਦੇ ਹਾਂ, ਆਪਾਂ ਪੂਰਤੀ ਵਧਾਣੀ ਹੈ ਤਾਂ ਕੀ ਹੋਏਗਾ, ਆਪਾਂ ਇੱਥੇ ਲਿਖ ਦਿੰਦੇ ਆ ਫਰਮਾਂ ਦੀ ਗਿਣਤੀ ਵਿੱਚ ਵਾਧਾ। ਠੀਕ, ਯਾਨੀ ਜਿਹੜੀ ਉਸ ਚੀਜ਼ ਨੂੰ ਬਣਾਉਣ ਵਾਲੀਆਂ ਫਰਮਾਂ ਸੀ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਕੀ ਹੋ ਗਿਆ, ਉਹ ਪਹਿਲਾਂ ਨਾਲੋਂ ਵੱਧ ਗਈ। ਜੇ ਫਰਮਾਂ ਦੀ ਗਿਣਤੀ ਵੱਧ ਜਾਏਗੀ ਤਾਂ ਕੀ ਹੋਏਗਾ, ਪਹਿਲਾਂ ਇੱਕ ਚੀਜ਼ ਨੂੰ ਬਣਾਉਣ ਵਾਲੀਆਂ ਮੰਨ ਲਓ ਬਾਜ਼ਾਰ ਦੇ ਵਿੱਚ 5 ਫਰਮਾਂ ਸੀ, ਹੁਣ ਕੰਪਨੀ ਕਹਿ ਸਕਦੇ ਹੋ, ਪਹਿਲਾਂ 5 ਕੰਪਨੀਆਂ ਸੀ ਹਨੀ, ਹੁਣ ਕੀ ਹੋ ਗਿਆ, ਉਸੇ ਚੀਜ਼ ਨੂੰ ਬਣਾਉਣ ਵਾਲੀਆਂ ਬਾਜ਼ਾਰ 'ਚ ਕੰਪਨੀਆਂ ਹੋ ਗਈਆਂ 20। ਪਹਿਲਾਂ 5 ਕੰਪਨੀਆਂ ਚੀਜ਼ ਬਣਾ ਰਹੀਆਂ ਸੀ, ਹੁਣ 20 ਕੰਪਨੀਆਂ ਚੀਜ਼ ਬਣਾ ਰਹੀਆਂ ਨੇ ਤਾਂ ਚੀਜ਼ ਕੀ ਬਣੇਗੀ, ਜ਼ਿਆਦਾ ਬਣੇਗੀ, ਯਾਨੀ ਉਤਪਾਦਨ ਕੀ ਹੋਏਗਾ, ਜ਼ਿਆਦਾ ਹੋਏਗਾ। ਜੇ ਉਤਪਾਦਨ ਜ਼ਿਆਦਾ ਹੋਏਗਾ ਤਾਂ ਫਿਰ ਪੂਰਤੀ ਵੀ ਕੀ ਹੋਏਗਾ, ਜ਼ਿਆਦਾ ਹੋਏਗੀ। ਚੀਜ਼ਾਂ ਬਾਜ਼ਾਰ ਦੇ ਵਿੱਚ ਜ਼ਿਆਦਾ ਆਉਂਦੀਆਂ ਤਾਂ ਪੂਰਤੀ ਵਿੱਚ ਕੀ ਹੋ ਜਾਏਗਾ, ਵਾਧਾ। ਅਗਰ ਆਪਾਂ ਪੂਰਤੀ 'ਚ ਕਮੀ ਕਰਾਣੀ ਹੈ ਤਾਂ ਇੱਥੇ ਕੀ ਲਿਖ ਦਿਆਂਗੇ, ਆਪਾਂ ਲਿਖਾਂਗੇ ਫਰਮਾਂ ਦੀ ਗਿਣਤੀ ਵਿੱਚ ਕਮੀ। ਤਾਂ ਹੁਣ ਜਿਹੜੀਆਂ ਫਰਮਾਂ ਉਹ ਚੀਜ਼ ਬਣਾ ਰਹੀਆਂ ਸੀ ਉਹਨਾਂ ਦੀ ਗਿਣਤੀ ਬਾਜ਼ਾਰ 'ਚ ਕੀ ਹੋ ਗਿਆ, ਘਟ ਗਈ। ਮਤਲਬ ਪਹਿਲਾਂ ਉਸ ਚੀਜ਼ ਨੂੰ ਬਣਾ ਰਹੀਆਂ ਸੀ ਬਾਜ਼ਾਰ ਦੇ ਵਿੱਚ 20 ਫਰਮਾਂ, ਹੁਣ ਬਣਾ ਰਹੀਆਂ ਨੇ 5 ਫਰਮਾਂ। ਯਾਨੀ ਹੁਣ ਜੇ ਪਹਿਲਾਂ 20 ਫਰਮਾਂ ਬਣਾ ਰਹੀਆਂ ਸੀ ਹੁਣ 5 ਫਰਮਾਂ ਬਣਾਉਣਗੀਆਂ ਤਾਂ ਆਪੇ ਉਤਪਾਦਨ ਕੀ ਹੋਏਗਾ, ਘੱਟ ਹੋਏਗਾ। ਜੇ ਉਤਪਾਦਨ ਘੱਟ ਹੋਏਗਾ ਤਾਂ ਫਿਰ ਪੂਰਤੀ ਵੀ ਕੀ ਹੋਏਗਾ, ਘੱਟ ਹੋਏਗੀ। ਤਾਂ ਆਪਾਂ ਕਹਾਂਗੇ ਪੂਰਤੀ ਵਿੱਚ ਕੀ ਹੋ ਜਾਏਗਾ, ਕਮੀ ਹੋ ਜਾਏਗੀ। ਠੀਕ ਹੈ, ਨੰਬਰ 4 ਆਪਾਂ ਇੱਥੇ ਲਿਖ ਦਿਆਂਗੇ ਤਕਨੀਕ ਵਿੱਚ ਸੁਧਾਰ। ਠੀਕ ਹੈ, ਤਾਂ ਇੱਥੇ ਕੀ ਹੋਇਆ, ਤਕਨੀਕ ਦੇ ਵਿੱਚ ਸੁਧਾਰ ਹੋ ਗਿਆ, ਮਤਲਬ ਨਵੀਂ ਟੈਕਨੋਲੋਜੀ ਆ ਗਈ। ਨਵੀਂ ਟੈਕਨੋਲੋਜੀ ਆਏਗੀ ਤਾਂ ਉਤਪਾਦਨ ਕੀ ਹੋਏਗਾ, ਜ਼ਿਆਦਾ ਹੋਏਗਾ। ਜ਼ਿਆਦਾ ਹੋਏਗਾ ਤਾਂ ਜੇ ਉਤਪਾਦਨ ਜ਼ਿਆਦਾ ਹੋਏਗਾ ਤਾਂ ਫਿਰ ਪੂਰਤੀ ਵੀ ਕੀ ਹੋਏਗਾ, ਜ਼ਿਆਦਾ ਹੋਏਗੀ, ਤਾਂ ਪੂਰਤੀ ਵਿੱਚ ਵਾਧਾ ਹੋ ਜਾਏਗਾ। ਇੱਥੇ ਲਿਖ ਦਿੰਦੇ ਆ ਕਿ ਕੀ ਹੋਇਆ ਵੀ ਜਿਹੜੀ ਆਪਾਂ ਉਸ ਚੀਜ਼ ਨੂੰ ਬਣਾਉਣ ਵਾਸਤੇ ਜੋ ਆਪਾਂ ਤਕਨੀਕ ਵਰਤ ਰਹੇ ਸੀ ਤਾਂ ਤਕਨੀਕ ਵਿੱਚ ਕੀ ਹੋ ਗਿਆ, ਵਿਗੜਾਵ ਹੋ ਗਿਆ। ਮਤਲਬ ਤਕਨੀਕ ਜਿਹੜੀ ਹੈ ਉਹ ਕੀ ਹੋ ਗਿਆ, ਵਿਗੜ ਗਈ। ਤਕਨੀਕ ਪਹਿਲਾਂ ਨਾਲੋਂ ਮਾੜੀ ਹੋ ਗਈ। ਹੁਣ ਜੇ ਤਕਨੀਕ ਪਹਿਲਾਂ ਨਾਲੋਂ ਮਾੜੀ ਹੋ ਗਈ ਤਾਂ ਕੀ ਹੋਏਗਾ, ਪੂਰਤੀ ਆਪਣੇ ਆਪ ਹੀ ਘਟ ਜਾਏਗੀ। ਠੀਕ ਹੈ, ਤਾਂ ਨੰਬਰ 5 देखो मैं की कर रहा सिर्फ मैं ਜਿਹੜਾ ਕੀਮਤ ਵਾਲਾ ਤੱਤ ਕੀਤਾ ਸੀ ਨਾ ਬਸ ਉਹਨੂੰ ਛੱਡ ਰਿਹਾ, ਬਾਕੀ ਸਾਰੇ ਤੱਤ ਲੈ ਰਿਹਾ ਜੋ ਕਿਸੇ ਵੀ ਵਸਤੂ ਦੀ ਪੂਰਤੀ ਨੂੰ ਪ੍ਰਭਾਵਿਤ ਕਰ ਸਕਦੇ ਨੇ। ਆਪਾਂ ਇੱਥੇ ਲਿਖ ਲਿਆ ਵੀ ਜਿਹੜੇ ਉਤਪਾਦਨ ਦੇ ਸਾਧਨ ਹੈ। ਠੀਕ ਹੈ, ਉਤਪਾਦਨ ਦੇ ਸਾਧਨਾਂ ਦੀ
ਕੀਮਤ ਵਿੱਚ ਕਮੀ। ਵੀ ਜਿਹੜੇ ਉਤਪਾਦਨ ਦੇ ਸਾਧਨ ਨੇ, ਜਿਹੜੇ ਭੂਮੀ ਹੈ, ਪੂੰਜੀ ਹੈ, ਮਜ਼ਦੂਰ ਹੈ, ਉਦਮ ਹੈ, ਉਹਨਾਂ ਦੀ ਕੀਮਤ ਪਹਿਲਾਂ ਨਾਲੋਂ ਘਟ ਗਈ। ਮਤਲਬ ਮਜ਼ਦੂਰ ਨੇ ਮਜ਼ਦੂਰੀਆਂ ਘਟਾਤੀਆਂ, ਜ਼ਮੀਨ ਵਾਲੇ ਨੇ ਲਗਾਨ ਘਟਾਤਾ, ਜਿਹੜਾ ਪੈਸੇ ਵਾਲਾ ਨੇ ਵਿਆਜ ਘਟਾਤੀ, ਠੀਕ ਹੈ। ਤਾਂ ਕੀ ਹੋਇਆ? ਹੁਣ ਸੋਚੋ ਵੀ ਇੱਕ ਜਿਹੜਾ ਉਤਪਾਦਕ ਹੈ ਉਹਦੀ ਲਾਗਤ ਕੀ ਹੋ ਜਾਏਗਾ? ਘਟ ਜਾਏਗੀ। ਯਾਨੀ ਅਗਰ ਮਜ਼ਦੂਰ ਨੂੰ ਪਹਿਲਾਂ ਨਾਲੋਂ ਆਪਾਂ ਘੱਟ ਮਜ਼ਦੂਰੀਆਂ ਦੇਣੀਆਂ ਨੇ, ਜ਼ਮੀਨ ਵਾਲੇ ਨੂੰ ਲਗਾਨ ਘੱਟ ਦੇਣਾ ਹੈ, ਪੈਸੇ ਵਾਲੇ ਨੂੰ ਵਿਆਜ ਘੱਟ ਦੇਣੀ ਹੈ, ਤਾਂ ਲਾਗਤ ਘਟੇਗੀ। ਜੇ ਲਾਗਤ ਘਟੇਗੀ ਤਾਂ ਕੀ ਹੋਏਗਾ? ਪ੍ਰੋਫਿਟ ਵਧਣਗੇ, ਲਾਭ ਵਧੇ। ਲਾਭ ਵਧਣ ਕੇ ਕੀ ਹੋਏਗਾ? ਉਹ ਕੀ ਕਰੇਗਾ? ਪੂਰਤੀ ਜ਼ਿਆਦਾ ਕਰੇਗਾ। ਉਹ ਕਹੇਗਾ ਮੈਨੂੰ ਤਾਂ ਪ੍ਰੋਫਿਟ ਜ਼ਿਆਦਾ ਹੋ ਰਹੇ ਨੇ, ਤਾਂ ਮੈਂ ਜਿੰਨੀ ਪੂਰਤੀ ਕਰ ਸਕਦਾ ਮੈਂ ਉਨੀ ਪੂਰਤੀ ਕਰਾਂ, ਜਿੰਨੇ ਲਾਭ ਮੈਂ ਕਮਾ ਸਕਦਾ ਉਹਨੇ ਮੈਂ ਲਾਭ ਕਮਾਵਾਂ। ਠੀਕ, ਇਧਰ ਆ ਜਾਓ। ਅਗਰ ਆਪਾਂ ਇੱਧਰ ਲਿਖਣਾ ਹੈ ਤਾਂ ਆਪਾਂ ਉਲਟਾ ਲਿਖ ਦਿਆਂਗੇ। ਕੀ ਲਿਖਾਂਗੇ? ਇੱਥੇ ਆਪਾਂ ਲਿਖਾਂਗੇ ਉਤਪਾਦਨ ਦੇ ਸਾਧਨਾਂ ਦੀ ਕੀਮਤ ਵਿੱਚ ਵਾਧਾ। ਯਾਨੀ ਜਿਹੜੇ ਉਤਪਾਦਨ ਦੇ ਸਾਧਨ ਨੇ ਉਹਨਾਂ ਦੀ ਕੀਮਤ ਪਹਿਲਾਂ ਨਾਲੋਂ ਵੱਧ ਗਈ। ਮਤਲਬ ਕੀ ਹੋ ਗਿਆ? ਮਜ਼ਦੂਰ ਨੇ ਮਜ਼ਦੂਰੀਆਂ ਵਧਾਤੀਆਂ, ਠੀਕ ਹੈ। ਜਿਹੜਾ ਜ਼ਮੀਨ ਵਾਲਾ ਸੀ ਉਹਨੇ ਲਗਾਨ ਵਧਾਤਾ, ਜਿਹੜਾ ਪੈਸੇ ਵਾਲਾ ਸੀ ਉਹਨੇ ਵਿਆਜਾਂ ਵਧਾਤੀਆਂ। ਤਾਂ ਕੀ ਹੋਏਗਾ? ਹੁਣ ਇੱਕ ਉਤਪਾਦਕ ਵਾਸਤੇ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਬਣਾਉਣਾ ਪਹਿਲਾਂ ਨਾਲੋਂ ਮਹਿੰਗਾ ਹੋ ਜਾਏਗਾ, ਕਿਉਂਕਿ ਲਾਗਤ ਵੱਧ ਜਾਏਗੀ। ਕਿਉਂਕਿ ਹੁਣ ਮਜ਼ਦੂਰ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਣਗੇ, ਜ਼ਮੀਨ ਵਾਲੇ ਨੂੰ ਲਗਾਨ ਪਹਿਲਾਂ ਨਾਲੋਂ ਜ਼ਿਆਦਾ ਦੇਣਾ ਪਏਗਾ, ਜਿਹੜਾ ਪੈਸੇ ਵਾਲਾ ਹੈ ਉਹਨੂੰ ਵਿਆਜ ਜ਼ਿਆਦਾ ਦੇਣੀ ਪਏਗੀ, ਤਾਂ ਲਾਗਤ ਵੱਧ ਜਾਏਗੀ। ਲਾਗਤ ਵਧੇਗੀ ਤਾਂ ਜਿਹੜੇ ਪ੍ਰੋਫਿਟ ਨੇ, ਲਾਭ ਨੇ, ਉਹ ਕੀ ਹੋ ਜਾਏਗਾ? ਉਹ ਘਟ ਜਾਣਗੇ। ਉਹ ਕਹੇਗਾ ਯਾਰ ਹੁਣ ਪ੍ਰੋਫਿਟ ਤਾਂ ਰਹਿ ਰੁਏ ਕੋ ਨਹੀਂ, ਹੁਣ ਮੈਂ ਪੂਰਤੀ ਕਰਨ ਦਾ ਕੀ ਫਾਇਦਾ ਹੈ? ਤਾਂ ਕੀ ਕਰੇਗਾ? ਪੂਰਤੀ ਦੇ ਵਿੱਚ ਕਮੀ ਕਰ ਦੇਗਾ। ਠੀਕ ਹੈ। ਹੋਰ ਕੀ ਹੋ ਸਕਦਾ ਹੈ? ਜਿਹੜੇ ਉਤਪਾਦਨ ਦੇ ਸਾਧਨ ਨੇ, ਠੀਕ ਹੈ, ਅਗਰ ਉਤਪਾਦਨ ਦੇ ਸਾਧਨਾਂ ਦੀ ਆਸਾਨ ਮੌਜੂਦਗੀ, ਮਤਲਬ ਉਤਪਾਦਨ ਦੇ ਸਾਧਨ ਮਿਲਨੇ ਪਹਿਲਾਂ ਨਾਲੋਂ ਆਸਾਨ ਹੋ ਗਏ, ਪਹਿਲਾਂ ਨਾਲੋਂ ਸੌਖੇ ਹੋ ਗਏ। ਮਤਲਬ ਹੁਣ ਤੁਹਾਨੂੰ ਉਤਪਾਦਨ ਦੇ ਸਾਧਨ ਈਜ਼ੀਲੀ ਅਵੇਲੇਬਲ ਨੇ, ਫਿਰ ਭਾਵੇਂ ਜਿੰਨਾ ਮਰਜ਼ੀ ਉਤਪਾਦਨ ਕੀਤੀ ਜੋ, ਤਾਂ ਕੀ ਹੋਏਗਾ? ਜਿੰਨਾ ਮਰਜ਼ੀ ਉਤਪਾਦਨ ਕੀਤੀ ਜੋ, ਮਤਲਬ ਪੂਰਤੀ ਜਿੰਨੀ ਮਰਜ਼ੀ ਕੀਤੀ ਜੋ, ਤਾਂ ਪੂਰਤੀ ਕੀ ਹੋਏਗਾ? ਪਹਿਲਾਂ ਨਾਲੋਂ ਵੱਧ ਜਾਏਗੀ। ਅਗਰ ਆਪਾਂ ਇੱਧਰ ਲਿਖੀਏ, ਇੱਧਰ ਆਪਾਂ ਲਿਖਦੇ ਹਾਂ ਉਤਪਾਦਨ ਦੇ ਸਾਧਨਾਂ ਦੀ, ਇੱਧਰ ਆਸਾਨ ਲਿਖਿਆ ਸੀ ਨਾ, ਇੱਧਰ ਲਿਖ ਦਿਓ ਔਖੀ। ਔਖੀ ਮੌਜੂਦਗੀ। ਯਾਨੀ ਪਹਿਲਾਂ ਨਾਲੋਂ ਹੁਣ ਜਿਹੜੇ ਉਤਪਾਦਨ ਦੇ ਸਾਧਨਾਂ ਦੀ ਮੌਜੂਦਗੀ ਹੈ ਔਖੀ ਹੋ ਗਈ। ਮਤਲਬ ਤੁਹਾਨੂੰ ਆਰਾਮ ਨਾਲ ਉਤਪਾਦਨ ਦੇ ਸਾਧਨ ਮਿਲਦੇ ਕੋ ਨਹੀਂ ਪਏ। ਤਾਂ ਫਿਰ ਕੀ ਹੋਏਗਾ? ਜੇ ਉਤਪਾਦਨ ਦੇ ਸਾਧਨ ਹੀ ਨਹੀਂ ਮਿਲ ਰਹੇ ਤਾਂ ਉਤਪਾਦਨ ਨਹੀਂ ਹੋਏਗਾ। ਜੇ ਉਤਪਾਦਨ ਨਹੀਂ ਹੋਏਗਾ ਤਾਂ ਪੂਰਤੀ ਨਹੀਂ ਹੋਏਗੀ। ਤਾਂ ਕੰਮ ਮੁਸ਼ਕਿਲ ਹੋ ਗਿਆ ਕਿ ਨਹੀਂ ਹੋ ਗਿਆ? ਤਾਂ ਇਸ ਕਰਕੇ ਵੀ ਪੂਰਤੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਘਟ ਜਾਏਗੀ। ਠੀਕ ਹੈ। ਇੱਧਰ ਆਪਾਂ ਲਿਖੀਏ ਕਿ ਫਰਮ ਦਾ ਉਦੇਸ਼ ਜਿਹੜਾ ਹੈ ਉਹ ਹੋ ਗਿਆ। ਹੁਣ ਕੀ ਹੋਇਆ ਹੈ? ਵਿਕਰੀ ਨੂੰ ਵੱਧ ਕਰਨਾ। ਮਤਲਬ ਪਹਿਲਾ ਫਰਮ ਦਾ ਉਦੇਸ਼ ਹੈਗਾ ਸੀ ਲਾਭ ਨੂੰ ਵੱਧ ਤੋਂ ਵੱਧ ਕਰਨਾ। ਮੈਂ ਯਾਦ ਕਰੋ, ਮੈਂ ਕਿਹਾ ਸੀ ਹਰ ਇੱਕ ਫਰਮ ਦੇ ਦੋ ਹੀ ਉਦੇਸ਼ ਹੋ ਸਕਦੇ ਨੇ। ਜਾਂ ਤਾਂ ਉਹ ਫਰਮ ਕੀ ਕਰ ਸਕਦੀ ਹੈ? ਆਪਣੇ ਲਾਭ ਨੂੰ ਵੱਧ ਤੋਂ ਵੱਧ ਕਰਨ ਵਾਸਤੇ ਕੰਮ ਕਰ ਸਕਦੀ ਹੈ, ਜਾਂ ਆਪਣੀ ਪੂਰਤੀ ਨੂੰ ਵੱਧ ਤੋਂ ਵੱਧ ਕਰਨ ਵਾਸਤੇ ਕੰਮ ਕਰ ਸਕਦੀ ਹੈ, ਜਾਂ ਆਪਣੀ ਵਿਕਰੀ ਨੂੰ ਵੱਧ ਤੋਂ ਵੱਧ ਕਰਨ ਵਾਸਤੇ ਕੰਮ ਕਰ ਸਕਦੀ ਹੈ। ਆਪਾਂ ਐਗਜ਼ਾਮਪਲ ਲਈ ਸੀ ਵੀ ਜੇ ਮੰਨ ਲਓ ਕੋਲਗੇਟ ਵਾਲਾ ਬਾਈ 1 ਗੈਟ 1 ਫ੍ਰੀ ਦੇ ਰਿਹਾ ਹੈ, ਤਾਂ ਮਤਲਬ ਕੀ ਹੈ? ਉਹ ਆਦੀ ਵਿਕਰੀ ਵੱਧ ਤੋਂ ਵੱਧ ਕਰ ਰਿਹਾ ਹੈ। ਤਾਂ ਹੁਣ ਕੀ ਹੈ? ਪਹਿਲਾ ਫਰਮ ਦਾ ਉਦੇਸ਼ ਹੈਗਾ ਸੀ ਲਾਭ ਨੂੰ ਵੱਧ ਤੋਂ ਵੱਧ ਕਰਨਾ। ਤਾਂ ਆਪਾਂ ਕੀ ਕਿਹਾ ਸੀ ਕਿ ਜੇਕਰ ਇੱਕ ਫਰਮ ਦਾ ਉਦੇਸ਼ ਜਿਹੜਾ ਹੈ ਉਹ ਆਪਣੇ ਲਾਭ ਨੂੰ ਵੱਧ ਤੋਂ ਵੱਧ ਕਰਨਾ ਹੋਏਗਾ ਤਾਂ ਕੀਮਤ ਦੇ ਵਧਣ ਤੇ ਹੀ ਪੂਰਤੀ ਵਧਾਏਗੀ, ਨਹੀਂ ਤਾਂ ਨਹੀਂ ਵਧਾਏਗੀ। ਪਰ ਆਪਾਂ ਕਿਹਾ ਤੇ ਪੂਰਤੀ 'ਚ ਵੱਧ ਹੈ, ਹੁਣ ਇਹ ਕੀਮਤ ਕਰਕੇ ਤਾਂ ਹੈਗਾ ਨਹੀਂ। ਮਤਲਬ ਹੁਣ ਫਰਮ ਦਾ ਉਦੇਸ਼ ਹੀ ਚੇਂਜ ਹੋ ਗਿਆ। ਫਰਮ ਕਹਿੰਦੀ ਹੁਣ ਸਾਡਾ ਉਦੇਸ਼ ਜਿਹੜਾ ਹੈ ਨਾ ਉਹ ਆਪਣੇ ਲਾਭ ਨੂੰ ਵੱਧ ਤੋਂ ਵੱਧ ਕਰਨਾ ਨਹੀਂ ਹੈਗਾ, ਬਲਕਿ ਹੁਣ ਸਾਡਾ ਉਦੇਸ਼ ਜਿਹੜਾ ਹੈ ਉਹ ਆਦੀ ਵਿਕਰੀ ਨੂੰ ਵੱਧ ਤੋਂ ਵੱਧ ਕਰਨਾ ਹੈ। ਅਸੀਂ ਸਮਾਨ ਵੱਧ ਤੋਂ ਵੱਧ ਵੇਚਣਾ ਹੈ। ਤਾਂ ਕੀ ਹੋਏਗਾ? ਉਹ ਸੇਮ ਕੀਮਤ ਤੇ ਵੀ ਵੱਧ ਚੀਜ਼ਾਂ ਬਾਜ਼ਾਰ 'ਚ ਭੇਜੇਗੀ। ਕੀ ਹੋਏਗਾ? ਪੂਰਤੀ ਵਿੱਚ ਵਾਧਾ ਹੋ ਜਾਏਗਾ। ਇੱਧਰ ਅਗਰ ਆਪਾਂ ਗੱਲ ਕਰੀਏ, ਇੱਧਰ ਹੁਣ ਕੀ ਹੋਇਆ ਕਿ ਫਰਮ ਦਾ ਉਦੇਸ਼ ਜਿਹੜਾ ਹੈ ਉਹ ਹੋ ਗਿਆ ਲਾਭ ਨੂੰ ਵੱਧ ਕਰਨਾ। ਮਤਲਬ ਹੁਣ ਫਰਮ ਕਹਿੰਦੀ ਹੈ ਵੀ ਸਾਡਾ ਉਦੇਸ਼ ਜਿਹੜਾ ਹੈ ਨਾ ਉਹ ਚੇਂਜ ਹੋ ਗਿਆ ਹੈ।
यानी पहला साडा उद्देश हैगा सी विक्री नूं वध करना, हुण साडा उद्देश है लाभ नूं वध करना। मतलब हुण सोचो भी एक फर्म जिहड़ी है ਉਹ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾਉਣਾ ਚਾਹੁੰਦੀ ਹੈ। ਉਹ ਕਹਿੰਦੇ ਮੈਂ ਚੀਜ਼ਾਂ ਨਹੀਂ ਜ਼ਿਆਦਾ ਵੇਚਣੀਆਂ, ਮੇਰਾ ਪਹਿਲਾ ਉਦੇਸ਼ ਹੁੰਦਾ ਸੀ ਵਿਕਰੀ ਨੂੰ ਵੱਧ ਤੋਂ ਵੱਧ ਕਰਨਾ। ਮੈਂ ਪਹਿਲਾਂ ਸੋਚਿਆ ਸੀ ਵੀ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਵੇਚਾਂਗੇ, ਹੁਣ ਨਹੀਂ ਵੇਚਦੇ, ਹੁਣ ਤਾਂ ਅਸੀਂ ਪ੍ਰੋਫਿਟ ਵੱਧ ਤੋਂ ਵੱਧ ਲਵਾਂਗੇ। ਫਿਰ ਉਹ ਕੀ ਕਰੇਗੀ, ਉਹ ਜਾਣ ਬੁੱਝ ਕੇ ਕੀ ਕਰੇਗੀ, ਚੀਜ਼ਾਂ ਬਾਜ਼ਾਰ 'ਚ ਘੱਟ ਵੇਚੇਗੀ ਵੀ ਤਾਂ ਕਿ ਕੀ ਹੋ ਜਾਵੇ, ਬਾਜ਼ਾਰ 'ਚ ਉਸ ਚੀਜ਼ ਦੀ ਕਮੀ ਹੋ ਜਾਵੇ, ਲੋਕੀ ਉਹਦੀ ਡਿਮਾਂਡ ਕਰਨ ਵੀ ਲੋ ਵੀ ਯਾਰ ਚੀਜ਼ ਚਾਹੀਦੀ ਹੈ, ਚੀਜ਼ ਬਾਜ਼ਾਰ 'ਚ ਹੈ ਨਹੀਂ, ਤਾਂ ਕਿ ਮੈਨੂੰ ਕੀਮਤਾਂ ਨੂੰ ਵਧਾਉਣ ਦਾ ਮੌਕਾ ਜਿਹੜਾ ਹੈ ਉਹ ਮਿਲ ਜਾਵੇ। ਤਾਂ ਜੇਕਰ ਫਰਮ ਦਾ ਉਦੇਸ਼ ਜਿਹੜਾ ਹੈ ਉਹ ਆਪਣੀ ਵਿਕਰੀ ਨੂੰ ਵੱਧ ਤੋਂ ਵੱਧ ਕਰਨ ਤੋਂ ਚੇਂਜ ਹੋ ਜਾਂਦਾ ਹੈ ਕਿਸ ਚੀਜ਼ ਤੇ, ਲਾਭ ਨੂੰ ਵੱਧ ਤੋਂ ਵੱਧ ਕਰਨ ਤੇ, ਤਾਂ ਪੂਰਤੀ ਕਰਨੀ ਬੰਦ ਕਰ ਦੇਗੀ, ਪੂਰਤੀ ਨੂੰ ਘਟਾ ਦੇਗੀ। ਕੀ ਹੋਏਗਾ, ਪੂਰਤੀ ਦੇ ਵਿੱਚ ਪਹਿਲਾਂ ਨਾਲੋਂ ਕਮੀ ਜਿਹੜੀ ਹੈ ਉਹ ਹੋ ਜਾਏਗੀ। ਫਿਰ ਕੀ ਹੋ ਸਕਦਾ ਹੈ, ਆਪਾਂ ਸਰਕਾਰ ਦੀ ਨੀਤੀ ਦੀ ਵੀ ਗੱਲ ਕੀਤੀ ਸੀ। ਤਾਂ ਸਰਕਾਰ ਦੁਆਰਾ ਕੀ ਕੀਤਾ ਗਿਆ, ਸਰਕਾਰ ਦੁਆਰਾ ਸਬਸਿਡੀ ਦੇਣਾ ਜਾਂ ਕੀ ਕਰ ਸਕਦੀ ਹੈ, ਕਰਾਂ ਦੀ ਮਾਤਰਾ ਨੂੰ ਘੱਟ ਕਰਨਾ। ਠੀਕ ਹੈ, ਸਰਕਾਰ ਨੇ ਕੀ ਕੀਤਾ, ਉਹ ਚਾਹੁੰਦੀ ਹੈ ਸਰਕਾਰ ਵੀ ਉਸ ਚੀਜ਼ ਦੀ ਪੂਰਤੀ ਵਧੇ। ਹੁਣ ਸਰਕਾਰ ਚਾਹ ਰਹੀ ਹੈ ਵੀ ਉਹਦੀ ਪੂਰਤੀ ਵਧੇ, ਉਹ ਚੀਜ਼ ਬਾਜ਼ਾਰ 'ਚ ਜ਼ਿਆਦਾ ਆਵੇ, ਤਾਂ ਸਰਕਾਰ ਕੀ ਕਰੇਗੀ, ਦੋ ਗੱਲਾਂ ਕਰੇਗੀ। ਜਾਂ ਤਾਂ ਸਰਕਾਰ ਉਸ ਵਸਤੂ ਦੇ ਉੱਪਰ ਜਿਹੜੇ ਟੈਕਸ ਲੱਗੇ ਹੋਏ ਸੀ ਉਹਨਾਂ ਦੀ ਮਾਤਰਾ ਨੂੰ ਕੀ ਕਰ ਦੇਗੀ, ਘੱਟ ਕਰ ਦੇਗੀ। ਠੀਕ ਹੈ, ਵੀ ਟੈਕਸ ਘਟਾ ਦਿਓ, ਟੈਕਸ ਘਟਾਵਾਂਗੇ ਤਾਂ ਕੀ ਹੋਏਗਾ, ਉਹਦੇ ਨਾਲ ਕੀ ਹੋਏਗਾ ਵੀ ਚੀਜ਼ ਜਿਹੜੀ ਹੈ ਬਾਜ਼ਾਰ 'ਚ ਜ਼ਿਆਦਾ ਆਏਗੀ। ਜਾਂ ਸਰਕਾਰ ਕੀ ਕਰੇਗੀ, ਉਹਦੇ ਉੱਪਰ ਸਬਸਿਡੀ ਦੇ ਦੇਗੀ। ਜਾਂ ਕੀ ਕਰ ਸਕਦੀ ਹੈ, ਜਾਂ ਸਰਕਾਰ ਜਿਹੜੀ ਹੈ ਉਹ ਇੱਕ ਕੰਮ ਹੋਰ ਵੀ ਕਰ ਸਕਦੀ ਹੈ ਵੀ ਪਹਿਲਾਂ ਸਰਕਾਰ ਨੇ ਕੀ ਕੀਤਾ ਹੋਇਆ ਸੀ, ਲਾਇਸੈਂਸ ਦਿੱਤੇ ਹੋਏ ਸੀ, ਤਾਂ ਲਾਇਸੈਂਸ ਨੂੰ ਕੀ ਕਰ ਸਕਦੀ ਹੈ, ਖਤਮ ਕਰਨਾ। ਸਰਕਾਰ ਕਹਿੰਦੀ ਲੋ ਜੀ ਲਾਇਸੈਂਸ ਖਤਮ, ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ, ਜਾਓ ਕਰੋ ਉਤਪਾਦਨ ਜਿੰਨਾ ਮਰਜ਼ੀ, ਜੋ ਜਾਓ ਕਰੋ ਪੂਰਤੀ ਜਿੰਨੀ ਮਰਜ਼ੀ। ਤਾਂ ਕੀ ਹੋਏਗਾ, ਉਹਦੇ ਨਾਲ ਜਿਹੜੀ ਪੂਰਤੀ ਦੀ ਮਾਤਰਾ ਹੈ ਉਹ ਵੱਧ ਜਾਏਗੀ। ਯਾਨੀ ਸਰਕਾਰ ਨੇ ਪਹਿਲਾਂ ਲਾਇਸੈਂਸ ਲਾਇਆ ਹੋਇਆ ਸੀ, ਸਰਕਾਰ ਕਹਿੰਦੀ ਜਿਹਦੇ ਕੋਲ ਲਾਇਸੈਂਸ ਹੈਗਾ ਉਹੀ ਬੰਦਾ ਚੀਜ਼ ਬਣਾ ਸਕਦਾ ਹੈ, ਬਾਕੀ ਨਹੀਂ ਬਣਾ ਸਕਦੇ, ਤਾਂ ਪੂਰਤੀ ਘੱਟ ਹੋਈ ਹੋਏਗੀ। ਹੁਣ ਸਰਕਾਰ ਨੇ ਲਾਇਸੈਂਸ ਖਤਮ ਕਰਤਾ। ਜਿਵੇਂ 1991 ਦੇ ਵਿੱਚ ਜਦੋਂ ਸਰਕਾਰ ਨੇ ਉਦਾਰੀਕਰਨ, ਨਿਜੀਕਰਨ, ਵਿਸ਼ਵੀਕਰਨ, LPG, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ ਕੀਤਾ ਸੀ, ਤਾਂ ਸਰਕਾਰ ਨੇ ਸਿਰਫ 5 ਉਦਯੋਗਾਂ ਨੂੰ ਛੱਡ ਕੇ ਬਾਕੀ ਸਾਰਿਆਂ ਸੇ ਲਾਇਸੈਂਸ ਖਤਮ ਕਰਤੇ ਵੀ ਜਾਓ ਜਿੰਨਾ ਮਰਜ਼ੀ ਉਤਪਾਦਨ ਕਰੋ। ਉਹਦੇ ਨਾਲ ਕੀ ਹੋਏਗਾ, ਪੂਰਤੀ ਵੱਧ ਜਾਏਗੀ। ਅਗਰ ਆਪਾਂ ਉਧਰ ਜਾਣਾ ਹੈ ਤਾਂ ਹੁਣ ਕੀ ਹੋਏਗਾ, ਉਲਟਾ ਕਰ ਦੋ। ਹੁਣ ਸਰਕਾਰ ਚਾਹੁੰਦੀ ਉਹਦੀ ਪੂਰਤੀ ਘਟੇ, ਤਾਂ ਸਰਕਾਰ ਕੀ ਕਰੇਗੀ, ਤਾਂ ਸਰਕਾਰ ਦੁਆਰਾ ਕੀ ਕੀਤਾ ਜਾਏਗਾ, ਨਵੇਂ ਕਰ ਲਗਾना। ਸਰਕਾਰ ਕੀ ਕਰੇਗੀ, ਨਵੇਂ ਕੀ ਕਰੇਗੀ, ਕਰ ਲਗਾ ਦੇਗੀ। ਜਾਂ ਕੀ ਹੋਏਗੀ, ਜਾਂ ਤਾਂ ਨਵਾਂ ਟੈਕਸ ਲਗਾ ਦੇਗੀ, ਜਾਂ ਕੀ ਕਰੇਗੀ, ਜਿਹੜੀ ਸਬਸਿਡੀ ਸੀ ਉਹਨੂੰ ਕੀ ਕਰ ਦੇਗੀ, ਘੱਟ ਕਰ ਦੇਗੀ। ਸਬਸਿਡੀ ਘੱਟ ਕਰਨਾ। ਜਾਂ ਸਰਕਾਰ ਕੀ ਕਰੇਗੀ, ਇੱਕ ਕੰਮ ਹੋਰ ਵੀ ਹੋ ਸਕਦਾ ਹੈ ਵੀ ਸਰਕਾਰ ਜਿਹੜੇ ਲਾਇਸੈਂਸ ਨੇ ਉਹਨੂੰ ਕੀ ਕਰ ਦੇਗੀ, ਲਾਇਸੈਂਸ ਜ਼ਰੂਰੀ ਬਣਾਉਣਾ। ਸਰਕਾਰ ਉਹਦੇ ਵਾਸਤੇ ਲਾਇਸੈਂਸ ਜਿਹੜਾ ਹੈ ਉਹਨੂੰ ਜ਼ਰੂਰੀ ਕਰ ਦੇਗੀ। ਸਰਕਾਰ ਕਹੇਗੀ ਬਿਨਾਂ ਲਾਇਸੈਂਸ ਤੋਂ ਕੋਈ ਬੰਦਾ ਚੀਜ਼ ਜਿਹੜੀ ਹੈ ਉਹ ਨਹੀਂ ਬਣਾਏਗਾ। ਹੁਣ ਕੀ ਹੋਏਗਾ, ਹੁਣ ਪਹਿਲਾਂ ਸਰਕਾਰ ਨੇ ਲਾਇਸੈਂਸ ਤੋਂ ਛੂਟ ਦਿੱਤੀ ਹੋਈ ਸੀ ਵੀ ਜਾਓ ਜਿੰਨਾ ਮਰਜ਼ੀ ਬਣਾਓ। ਹੁਣ ਸਰਕਾਰ ਕਹਿੰਦੀ ਨਾ, ਬਿਨਾਂ ਲਾਇਸੈਂਸ ਤੋਂ ਚੀਜ਼ ਬਣਾ ਨਹੀਂ ਦੇਣੀ। ਤੇ ਫਿਰ ਹੁਣ ਸਰਕਾਰ ਲਾਇਸੈਂਸ ਕਿਹਨੂੰ ਦੇਗੀ, ਇਹ ਤਾਂ ਸਰਕਾਰ ਦੇ ਹੱਥ 'ਚ ਹੈ ਵੀ ਸਰਕਾਰ ਕਹਿੰਦੀ ਦੇਖੋ ਜੀ ਅਸੀਂ ਸਿਰਫ 5 ਬੰਦਿਆਂ ਨੂੰ ਲਾਇਸੈਂਸ ਦੇਣਾ ਹੈ, ਬਸ ਇਸ ਤੋਂ ਅੱਗੇ ਸਾਨੂੰ ਲਾਇਸੈਂਸ ਨਹੀਂ ਦੇਣਾ। ਤਾਂ ਕੀ ਹੋਏਗਾ, ਤਾਂ ਉਨੀ ਪੂਰਤੀ ਕੀ ਹੋ ਜਾਏਗਾ, ਘਟ ਜਾਏਗੀ। ਮੈਂ ਤੁਹਾਨੂੰ ਬੜੀ ਸਿੰਪਲ ਜੀ ਐਗਜ਼ਾਮਪਲ ਦੇਣਾ ਇਸ ਚੀਜ਼ ਤੇ। ਮੈਨੂੰ ਆਪਦੇ ਸ਼ਹਿਰ ਦਾ ਪਤਾ ਹੈ, ਬਾਕੀ ਸ਼ਹਿਰਾਂ ਦਾ ਚਲੋ ਮੈਨੂੰ ਨਹੀਂ ਪਤਾ। ਬਟ ਕੀ ਹੁੰਦਾ ਸੀ ਵੀ ਜੋ ਦੀਵਾਲੀ ਆਉਂਦੀ ਹੈ ਨਾ, ਤਾਂ ਉਦੋਂ ਕੀ ਹੁੰਦਾ ਸੀ ਸ਼ਹਿਰ ਦੇ ਵਿੱਚ ਬਹੁਤ ਸਾਰੇ क्रैकर्स यानी कि पटाखियां दे ਜਿਹੜੇ ਸਟਾਲ ਲੱਗਦੇ ਸੀ। ਮਤਲਬ ਅਲੱਗ-ਅਲੱਗ ਦੁਕਾਨਦਾਰ ਪਟਾਕੇ ਵੇਚਦੇ ਸੀ। ਇੱਕ ਦੋ ਘਟਨਾਵਾਂ ਅਜਿਹੀਆਂ ਹੋ ਗਈਆਂ ਵੀ ਲੋਕਾਂ ਨੇ ਸ਼ਹਿਰ ਦੇ ਅੰਦਰ ਪਟਾਕੇ ਲਾਏ ਹੋਏ ਸੀ, ਕੁਝ ਮਿਸ ਹੈਪਨਿੰਗ ਹੋ ਗਈ ਤਾਂ ਉੱਥੇ ਅੱਗ ਵਗੈਰਾ ਲੱਗ ਗਈ। ਸਰਕਾਰ ਨੇ ਕੀ ਕੀਤਾ, ਰੂਲ ਬਣਾਤਾ ਵੀ ਸ਼ਹਿਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਪਟਾਕੇ ਜਿਹੜੇ ਨੇ ਉਹ ਨਹੀਂ ਵਿਕਣਗੇ। ਤਾਂ ਸਾਡੇ ਫਾਜ਼ਿਲਕਾ ਦੇ ਵਿੱਚ ਜਿਹੜਾ MR ਗਵਰਨਮੈਂਟ ਕਾਲਜ ਹੈ ਉਹ ਤਾਂ ਸਟੇਡੀਅਮ ਹੈ। ਸਰਕਾਰ ਨੇ ਕਹਿਤਾ ਵੀ ਜੋ ਵੀ ਪਟਾਕੇ ਵਿਕਣਗੇ ਨਾ ਉਹ ਸਟੇਡੀਅਮ ਦੇ ਵਿੱਚ ਵਿਕਣਗੇ। ਠੀਕ ਹੈ, ਅੰਦਰ ਸ਼ਹਿਰ ਦੇ ਅੰਦਰ ਕੋਈ ਪਟਾਕੇ ਨਹੀਂ ਵੇਚੇਗਾ। ਇੱਕੋ ਥਾਂ ਫਿਕਸ ਕਰਤੀ ਵੀ ਜਿੰਨੇ ਵੀ ਪਟਾਕੇ ਖਰੀਦਣੇ ਆ ਉਹ ਜਾ ਕੇ ਸਟੇਡੀਅਮ ਜਾਵੇ, ਉਤੋਂ ਪਟਾਕੇ ਖਰੀਦ ਲਵੇ। ਨੰਬਰ 2, ਸਰਕਾਰ ਕਹਿੰਦੀ ਵੀ ਉੱਥੇ ਹੁਣ ਕੌਣ ਪਟਾਕੇ ਵੇਚੇਗਾ। ਠੀਕ ਹੈ, ਉਹਦੇ ਵਾਸਤੇ ਵੀ ਕੀ ਕੀਤਾ ਸਰਕਾਰ ਨੇ, ਪਰਚੀ ਸਿਸਟਮ ਲਾਤਾ ਵੀ ਸਾਡੇ ਜੋ ਮਾਨਯੋਗ DC ਸਾਹਿਬ ਨੇ ਉਹ ਕੀ ਕਰਦੇ ਆ, ਉਹ ਪਰਚੀਆਂ ਨਿਕਾਲਦੇ ਆ। ਮਤਲਬ ਦੁਕਾਨਦਾਰ ਕੀ ਕਰਦੇ ਆ, ਸਾਰਾ ਪਹਿਲਾਂ ਅਪਲਾਈ ਕਰਦੇ ਨੇ, ਮਿਲੋ ਜੀ ਅਸੀਂ ਪਟਾਕੇ ਵੇਚਣੇ ਚਾਹੁੰਦੇ ਆ। ਮੰਨ ਲਓ 100 ਦੁਕਾਨਦਾਰਾਂ ਨੇ ਅਪਲਾਈ ਕਰਤਾ, ਉਹ ਤੋਂ ਪਰਚੀਆਂ ਨਿਕਲ ਗਈਆਂ।
ਮੰਨ ਲਓ ਸਰਕਾਰ ਕਹਿੰਦੀ ਹੈ, ਡੀਸੀ ਸਾਹਿਬ ਕਹਿੰਦੇ ਨੇ ਕਿ ਲੋ ਜੀ ਅਸਾਂ ਸਿਰਫ 25 ਬੰਦੇ ਨੂੰ ਪਰਮਿਸ਼ਨ ਦੇਣੀ ਹੈ, ਤਾਂ 25 ਪਰਚੀਆਂ ਨਿਕਲਣਗੀਆਂ। ਜਿੰਦੇ ਨਾਮ ਦੀ ਪਰਚੀ ਨਿਕਲ ਗਈ ਸਿਰਫ ਉਹੀ ਪਟਾਕੇ ਵੇਚ ਪਾਏਗਾ, ਬਾਕੀ ਨਹੀਂ ਵੇਚ ਪਾਏਗਾ। ਤਾਂ ਸਰਕਾਰ ਨੇ ਇੱਕ ਤਰ੍ਹਾਂ ਕੀ ਕੀਤਾ, ਲਾਇਸੈਂਸ ਜ਼ਰੂਰੀ ਕਰਤਾ ਕਿ ਬਿਨਾਂ ਲਾਇਸੈਂਸ ਤੋਂ ਕੋਈ ਵੀ ਬੰਦਾ ਜਿਹੜਾ ਉਹ ਪਟਾਕੇ ਨਹੀਂ ਵੇਚ ਪਾਏਗਾ। ਕੀ ਹੋਏਗਾ, ਉਹਨਾਂ ਦੀ ਪੂਰਤੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਘੱਟ ਜਿਹੜਾ ਹੈ ਉਹ ਹੋ ਜਾਏਗੀ। ਤਾਂ ਇਹ ਸਾਰੇ ਕਾਰਨ ਨੇ ਜਿਨ੍ਹਾਂ ਕਰਕੇ ਪੂਰਤੀ ਵੱਧਦੀ ਹੈ, ਇਹ ਸਾਰੇ ਕਾਰਨ ਨੇ ਜਿਨ੍ਹਾਂ ਕਰਕੇ ਪੂਰਤੀ ਘਟਦੀ ਹੈ। ਧਿਆਨ ਰੱਖਣਾ, ਦੋਨਾਂ 'ਚ ਮੈਂ ਕੀਮਤ ਨੂੰ ਨਹੀਂ ਲਿਆ, ਮਤਲਬ ਜੋ ਵੀ ਪੂਰਤੀ 'ਚ ਵਾਧਾ ਕਰਾਣਾ ਹੈ ਜਾਂ ਪੂਰਤੀ 'ਚ ਕਮੀ ਕਰਾਣੀ ਹੈ ਉਹ ਕੀਮਤ ਕਰਕੇ ਨਹੀਂ ਕਰਾਣੀ। ਕੀਮਤ ਤੋਂ ਇਲਾਵਾ ਜਿੰਨੇ ਵੀ ਤੱਤ ਨੇ ਆਪਾਂ ਸਾਰੇ ਦੇ ਸਾਰੇ ਜਿਹੜੇ ਨੇ ਉਹ ਲਿਖਤੇ, ਇਹਨਾਂ ਕਰਕੇ ਪੂਰਤੀ ਜਿਹੜੀ ਹੈ ਉਹਦੇ ਵਿੱਚ ਆਪਾਂ ਬਦਲਾਵ ਜਿਹੜਾ ਉਹ ਆਪਾਂ ਲਿਆ ਸਕਦੇ ਹਾਂ। ਠੀਕ ਹੋ ਗਿਆ। ਤਾਂ ਇਹ ਸੀ ਪੂਰਤੀ 'ਚ ਵਾਧੇ ਦੇ ਕਾਰਨ, ਇਹ ਹੈ ਪੂਰਤੀ 'ਚ ਕਮੀ ਦੇ ਕਾਰਨ। ਤੁਹਾਡੀ ਕਿਤਾਬ ਵਿੱਚ ਕਿੰਨੇ ਲਿਖੇ ਹੋਏ ਨੇ ਮੈਨੂੰ ਨਹੀਂ ਪਤਾ, ਬਟ ਸਿੰਪਲ ਯਾਦ ਰੱਖਣਾ ਕਿ ਪੂਰਤੀ ਨੂੰ ਪ੍ਰਭਾਵਿਤ ਜਾਂ ਪੂਰਤੀ ਨੂੰ ਨਿਰਧਾਰਿਤ ਕਰਨ ਵਾਲੇ ਜਿੰਨੇ ਤੱਤ ਨੇ, ਇੱਕ ਕੀਮਤ ਨੂੰ ਛੱਡ ਦਿਆ ਜੇ, ਬਾਕੀ ਸਾਰੇ ਲੈ ਲਿਆ ਜੇ, ਉਹ ਹੋ ਜਾਣਗੇ ਵਾਧੇ ਜਾਂ ਕਮੀ ਦੇ ਕਾਰਨ। ਜਦੋਂ ਵਾਧਾ ਕਰਾਣਾ ਹੈ, ਜਦੋਂ ਕਮੀ ਕਰਾਣੀ ਹੈ, ਬਸ ਪੁਆਇੰਟ ਉਲਟੇ ਲਿਖਣੇ ਨੇ। ਤਾਂ ਇਹ ਮੈਂ ਆਮਨੇ ਸਾਹਮਣੇ ਲਿਖੇ ਸੀ ਤਾਂ ਕਿ ਆਪਾਂ ਨੂੰ ਕਲੈਰਿਟੀ ਜਿਹੜੀ ਹੈ ਉਹ ਥੋੜੀ ਜ਼ਿਆਦਾ ਹੋ ਜਾਵੇ। ਤਾਂ ਇਹ ਸੀ ਆਪਣਾ ਅੱਜ ਦਾ ਟੌਪਿਕ। ਨੈਕਸਟ ਟੌਪਿਕ ਦੇ ਵਿੱਚ ਆਪਾਂ ਕੀ ਕਰਾਂਗੇ, ਇਹ ਜਿਹੜੇ ਬਾਕੀ ਤੱਤ ਨੇ ਇਹਨਾਂ ਦਾ ਪ੍ਰਭਾਵ ਦਿਖਾਵਾਂਗੇ ਪੂਰਤੀ ਵਕਰ ਦੇ ਉੱਪਰ। मतलब अगर स्थानापन्न वस्तु की कीमत बदल जाती है या पूरक वस्तु की कीमत बदल जाती है या फर्मा की गिनती बदल जाती है या टेक्निक सुधर जाती है, इन्हों आप अगर डायग्राम के थ्रू दिखाना होवे तो इन्हां दा प्रभाव पूर्ति वक्र दे ऊपर डायग्रामेटिकली रेखा चित्र दे रूप च किवें पएगा, अब अपने अगले लेक्चर दे विच उस चीज नूं डिस्कस करांगे। तो मिलदे अपने अगले लेक्चर दे विच। टिल देन इट्स गुड बाय फ्रॉम माय साइड। थैंक यू वेरी मच एंड ऑल द बेस्ट।